ਸਤਿ ਸ਼੍ਰੀ ਅਕਾਲ ਸਟੂਡੈਂਟਸ। ਬਹੁਤ ਹੀ ਇੰਪੋਰਟੈਂਟ ਸੀਰੀਜ਼ ਆਪਾਂ ਸਟਾਰਟ ਕੀਤੀ ਹੋਈ ਹੈ। ਉਹਦੇ ਵਿੱਚ ਆਪਾਂ ਚੈਪਟਰ ਕਰ ਰਹੇ ਹਾਂ ਰੇਸ਼ੋ ਐਂਡ ਪ੍ਰਪੋਰਸ਼ਨ। ਅੱਜ ਰੇਸ਼ੋ ਐਂਡ ਪ੍ਰਪੋਰਸ਼ਨ ਦਾ ਆਪਾਂ 9ਵਾਂ ਲੈਕਚਰ ਕਰਨ ਜਾ ਰਹੇ ਹਾਂ ਤੇ ਬਹੁਤ ਹੀ ਅੱਜ ਤੱਕ ਜਿੰਨੇ ਲੈਕਚਰਸ ਹੋਏ ਹੈ ਬਿਲਕੁਲ ਬੇਸਿਕ ਲੈਵਲ ਤੋਂ ਲੈ ਕੇ ਆਪਾਂ ਐਡਵਾਂਸ ਲੈਵਲ ਤੱਕ ਦੇ ਕੁਐਸਚਨਸ ਕੀਤੇ ਆ ਤੇ ਉਸ ਲੈਵਲ ਦੇ ਕੁਐਸਚਨਸ ਕੀਤੇ ਆ ਜੋ ਅਕਸਰ ਹੀ ਐਗਜ਼ਾਮ ਦੇ ਵਿੱਚ ਦੇਖੇ ਜਾਂਦੇ ਆ ਤੇ ਇਨ ਫਿਊਚਰ ਐਗਜ਼ਾਮ ਦੇ ਵਿੱਚ ਦੇਖੇ ਜਾਣਗੇ। ਅੱਜ ਆਪਾਂ 9ਵੇਂ ਲੈਕਚਰ ਦੇ ਵਿੱਚ ਜਿਹੜੇ ਕੁਐਸਚਨਸ ਕਰਾਂਗੇ ਸਟੂਡੈਂਟਸ ਉਹ ਬਹੁਤ ਹੀ ਇੰਪੋਰਟੈਂਟ ਹੈ ਤੇ ਜਿੰਨੇ ਆਪਣੇ ਪਿਛਲੇ ਲੈਕਚਰ ਹੋਏ ਆਈ ਹੋਪ ਸੋ ਤੁਸੀਂ ਉਹਨਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਨਾਲ ਜਿੰਨੀਆਂ ਵਰਕਸ਼ੀਟਸ ਦਿੱਤੀਆਂ ਉਹ ਸੋਲਵ ਕਰ ਰਹੇ ਹੋਵੋਗੇ। ਐਂਡ ਜੇ ਇਨ ਕੇਸ ਤੁਹਾਨੂੰ ਕੋਈ ਡਾਊਟ ਆ ਰਿਹਾ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਵੀ ਇਸ ਕੁਐਸਚਨ ਦੇ ਵਿੱਚ ਪਾਰਟਿਕੂਲਰ ਡਾਊਟ ਹੈ, ਉਹ ਤੁਹਾਨੂੰ ਕਲੀਅਰ ਕਰਵਾਉਣ ਲਈ ਅਸੀਂ ਸੈਪਰੇਟ ਵੀਡੀਓ ਬਣਵਾ ਦਾਂਗੇ। ਚਲੋ ਜੀ, ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਪਹਿਲਾ ਕੁਐਸਚਨ। ਬਹੁਤ ਹੀ ਇੰਪੋਰਟੈਂਟ ਕੁਐਸਚਨਸ ਹੈ ਅੱਜ ਦੇ, ਸੋ ਪਲੀਜ਼ ਬੜੇ ਧਿਆਨ ਨਾਲ ਦੇਖਣੇ। ਹੁਣ ਕੀ ਹੈ, ਕਹਿੰਦੇ certain amount is distributed in such a way that if A get 1 rupee then B get 80 ਪੈਸੇ। ਕੀ ਕਿਹਾ ਇਹਨਾਂ ਨੇ, ਕਹਿੰਦੇ ਵੀ ਆਪਾਂ ਇੱਕ ਅਮਾਉਂਟ ਹੈ, there is a particular amount ਜਿਹਨੂੰ ਆਪਾਂ ਡਿਸਟ੍ਰੀਬਿਊਟ ਕਰਨਾ ਹੈ ਕਿੰਨੇ ABC ਤਿੰਨਾਂ ਦੇ ਵਿੱਚ। ਤੇ ਕੀ ਕਿਹਾ ਉਹਨਾਂ ਨੇ, A ਜੇ 1 ਰੁਪਿਆ ਮਿਲਦਾ A ਨੂੰ ਤਾਂ B ਨੂੰ ਕਿੰਨੇ ਮਿਲਦੇ 80 ਪੈਸੇ, ਜੇ B ਨੂੰ 1 ਰੁਪਿਆ ਮਿਲਦਾ ਤਾਂ C ਨੂੰ ਮਿਲਦੇ 1 ਰੁਪਏ 20 ਪੈਸੇ। ਕਹਿੰਦੇ ਰੇਸ਼ੋ ਕੱਢੋ। ਕੀ ਕੱਢਣੀ ਹੈ? ਰੇਸ਼ੋ ਕੱਢਣੀ ਹੈ। ਤਾਂ ਸਿੰਪਲ ਕੁਝ ਨਹੀਂ ਕਰਨਾ, ਆਪਾਂ ਆ ਲਿਖ ਲਿਆ AB। ਹੁਣ ਕੀ ਕਹਿੰਦੇ, A ਨੂੰ 1 ਰੁਪਿਆ ਮਿਲਦਾ ਤਾਂ B ਨੂੰ ਮਿਲਦੇ 80 ਪੈਸੇ। ਹੁਣ ਆ ਪੈਸੇ ਚ ਰੁਪਏ ਚ ਹੈ ਤਾਂ 1 ਰੁਪਏ ਚ ਆਪਾਂ ਨੂੰ ਪਤਾ ਕਿੰਨੇ 100 ਪੈਸੇ ਹੁੰਦੇ। ਦੈਟ ਮੀਨਸ ਜੇ A ਨੂੰ 100 ਪੈਸੇ ਮਿਲਦੇ ਆ ਤਾਂ B ਨੂੰ ਕਿੰਨੇ ਮਿਲਦੇ ਆ 80 ਪੈਸੇ। ਇਸ ਤੋਂ ਆਪਾਂ ਕੀ ਕੱਢ ਲਾਂਗੇ, ਰੇਸ਼ੋ ਇਹਦੀ A ਤੇ B ਦੀ। B ਦੇ ਟੇਬਲ ਤੇ ਕੱਟੇ, B ਚੌਕੇ 80, B 5 100। ਓਕੇ, ਐਂਡ ਆਫਟਰ ਦੈਟ ਹੁਣ ਕੀ ਦਿੱਤਾ ਹੈ, ਕਹਿੰਦੇ B if B gets 1 rupee then C get 1 rupees 20 ਪੈਸੇ। ਹੁਣ ਇਹਨਾਂ ਨੇ ਕੀ ਕਿਹਾ, ਕਹਿੰਦੇ ਜੇ B ਨੂੰ ਆਪਣਾ ਕਿੰਨਾ ਮਿਲ ਰਿਹਾ ਹੈ 1 ਰੁਪਿਆ, ਦੈਟ ਮੀਨਸ B ਨੂੰ ਜਦੋਂ 100 ਪੈਸਾ ਮਿਲ ਰਿਹਾ ਹੈ at that time C is getting 1 rupee and 20 ਪੈਸੇ। ਹੁਣ 1 ਰੁਪਏ 20 ਪੈਸੇ ਦਾ ਮਤਲਬ ਕਿੰਨਾ ਹੈ 120 ਪੈਸੇ। ਦੈਟ ਮੀਨਸ C ਨੂੰ ਕਿੰਨਾ ਮਿਲ ਰਿਹਾ 120 ਪੈਸੇ। ਤਾਂ ਫਿਰ ਕੱਟੇਗਾ 25 ਦਾ 100, 26 ਦਾ 120, that means 5:6 is your B ratio C। ਹੁਣ ਆਪਾਂ ਨੂੰ ਕੱਢਣ ਨੂੰ ਕੀ ਕਿਹਾ, find the ratio of share of A, B and C। A, B ਤੇ C ਦਾ ਸ਼ੇਅਰ ਮਤਲਬ ਕਿੰਨਾ, ਉਹਨਾਂ ਨੂੰ ਕਿੰਨਾ ਕਿੰਨਾ ਪੈਸਾ ਮਿਲ ਰਿਹਾ ਟੋਟਲ ਦੇ ਵਿੱਚੋਂ, ਉਸ ਦੀ ਰੇਸ਼ੋ ਕੱਢਣੀ ਹੈ। ਹੁਣ ਆਪਣੇ ਕੋਲ A ਰੇਸ਼ੋ B ਆ ਗਿਆ, B ਰੇਸ਼ੋ C ਆ ਗਿਆ, ਆ ਸੇਮ ਆ ਗਈ B ਦੀ ਜਗ੍ਹਾ B। ਦੈਟ ਮੀਨਸ ਆਪਾਂ ਸਿੰਪਲ ਇਨਵਰਸ ਐਂਡ ਮੈਥਡ ਤੁਹਾਨੂੰ ਕਰਵਾਇਆ ਸੀ ਫਸਟ ਲੈਕਚਰ ਦੇ ਵਿੱਚ, ਉਹ ਲਾ ਕੇ ਇੱਥੋਂ ਕੀ ਕੱਢ ਦਾਂਗੇ, ਇਹਨਾਂ ਦੀ ਰੇਸ਼ੋ ਕੱਢ ਦਾਂਗੇ। ਹੁਣ ਕੰਬਾਈਨਡ ਰੇਸ਼ੋ ਕਿਵੇਂ ਆਊਗੀ, 5 into 5 is 25, 5 into 4 is 20 and 6 into 4 is 24. That means our ratio is 25 ratio 20 ratio 24। ਬਹੁਤ ਸਿੰਪਲ ਕੁਐਸਚਨ ਸੀ, ਕੁਝ ਨਹੀਂ ਸੀ, ਬਸ ਆਪਾਂ ਨੂੰ ਕਨਫਿਊਜ਼ ਕਰਨ ਲਈ ਕੀ ਦੇ ਰੱਖਿਆ ਸੀ ਵੀ ਇਹਨੂੰ ਜੇ 1 ਰੁਪਏ ਮਿਲਦਾ ਤਾਂ ਇਹਨੂੰ 80 ਪੈਸੇ, ਇਹਨੂੰ 1 ਰੁਪਏ ਤੇ 1 ਰੁਪਏ 20 ਪੈਸੇ। ਦੈਟ ਮੀਨਸ ਆਪਾਂ ਕੀ ਕਰਾਂਗੇ, ਸਿੰਪਲ ਉਸ ਤੋਂ ਪੈਸੇ 'ਚ ਕਨਵਰਟ ਕਰਕੇ ਰੇਸ਼ੀਓਜ਼ ਕੱਢ ਲਾਂਗੇ। ਰੇਸ਼ੀਓਜ਼ ਕੱਢ ਲਈ ਤਾਂ ਫਸਟ ਲੈਕਚਰ ਦੇ ਵਿੱਚ ਤੁਹਾਨੂੰ ਕੰਬਾਈਨਡ ਰੇਸ਼ੋ ਕੱਢਣੀ ਸਿਖਾਈ ਸੀ, ਕੰਬਾਈਨਡ ਰੇਸ਼ੋ ਇਸ ਤੋਂ ਆਪਣੀ ਨਿਕਲ ਜਾਏਗੀ। ਚਲੋ ਜੀ, ਹੁਣ ਨੈਕਸਟ ਕੀ ਹੈ, ਬੋਲੇ 84,000 distributed among A, B, C such that share amount of A is 5/4 times of B। ਹੁਣ ਕੀ ਕਿਹਾ ਆਪਾਂ ਨੂੰ, ਸ਼ੇਅਰ ਅਮਾਉਂਟ ਆਫ A ਉਹ ਕਿੰਨੀ ਹੈ 5/4 ਟਾਈਮਸ ਆਫ B। ਕੀ ਕਿਹਾ, A ਦੀ ਸ਼ੇਅਰ ਅਮਾਉਂਟ B ਦੀ ਸ਼ੇਅਰ ਅਮਾਉਂਟ ਦਾ 5/4 ਟਾਈਮ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ, ਕਹਿੰਦੇ ਸ਼ੇਅਰ ਅਮਾਉਂਟ ਆਫ B ਉਹ ਕੀ ਹੈ 3/2 ਟਾਈਮਸ ਆਫ C। ਵੀ A ਦੀ ਤਾਂ ਕਿੰਨੀ ਹੈ B ਦੀ 5/4 ਗੁਣਾ, ਠੀਕ ਹੈ, ਤੇ B ਦੀ ਕਿੰਨੀ ਹੈ C ਦੀ ਜਿੰਨੀ ਵੈਲਿਊ ਹੈ ਉਹਦੀ 3/2 ਗੁਣਾ, 3/2 ਟਾਈਮਸ। ਹੁਣ ਇਸ ਤੋਂ ਆਪਾਂ ਕੀ ਕੱਢ ਲਾਂਗੇ, A ਰੇਸ਼ੋ B। A ਰੇਸ਼ੋ B ਦਾ ਮਤਲਬ ਮੈਂ ਤੁਹਾਨੂੰ ਦੱਸਦਾ ਰਿਹਾ ਪਹਿਲੇ ਲੈਕਚਰ ਤੋਂ, A ਡਿਵਾਈਡਡ ਬਾਈ B। ਆ B ਇੱਧਰ ਆ ਕੇ ਡਿਵਾਈਡ ਹੋ ਜੂ ਤਾਂ ਇੱਧਰ ਕੀ ਬਚੂਗਾ 5/4। ਆ ਆਪਣੇ ਕੋਲ A ਰੇਸ਼ੋ B ਆ ਗਈ ਤੇ ਇੱਧਰੋਂ ਕੀ ਆਊ B ਰੇਸ਼ੋ C। ਸਿਮਿਲਰਲੀ ਕੀ ਆ ਜਾਊਗਾ 3/2। ਹੁਣ ਆਪਣੇ ਕੋਲ A ਰੇਸ਼ੋ B ਆ ਗਈ, ਕਿੰਨੀ ਆ ਗਈ 5/4। A ਰੇਸ਼ੋ B ਕਿੰਨੀ ਆ ਗਈ 5/4। B ਰੇਸ਼ੋ C ਕਿੰਨੀ ਆ ਗਈ 3/2। ਉਲਟਾ ਐਨ ਲਗਾਵਾਂਗੇ, ਸੇਮ ਆ B ਦੀ ਜਗ੍ਹਾ B ਹੈ। ਓਕੇ, 5 into 3 is 15, 4 into 3 is 12, 4 into 2 is 8। This is the ratio of share of A, B and C। ਤੇ ਆਪਾਂ ਨੂੰ ਕੱਢਣ ਨੂੰ ਕੀ ਹੈ, find the share amount of B।
ਹੁਣ ਦੇਖੋ ਕੱਟਿਆ ਤਾਂ ਨਹੀਂ ਜਾ ਰਿਹਾ, ਦੈਟ ਮੀਨਸ ਆਹ ਆਪਣੀ ਪਾਰਟਿਕੂਲਰ ਰੇਸ਼ੋ ਆ ਚੁੱਕੀ ਹੈ। ਹੁਣ ਕਹਿੰਦੇ ਸ਼ੇਅਰ ਅਮਾਊਂਟ ਆਫ B ਕੱਢਣਾ ਹੈ, ਤਾਂ B ਦਾ ਸ਼ੇਅਰ ਕਿੰਨਾ ਹੈ 12, ਸ਼ੇਅਰ ਆਫ B ਇਜ਼ 12 ਤੇ ਟੋਟਲ ਕਿੰਨਾ ਹੈ 12 plus 8 is 20, 20 and 15 is 35, that means total share is 35, so B's share is 12 out of 35, that means ਜਿਹੜਾ B ਦਾ ਸ਼ੇਅਰ ਆ ਉਹ ਟੋਟਲ 35 ਦੇ ਵਿੱਚੋਂ ਕਿੰਨਾ ਹੈ 12, ਠੀਕ ਹੈ। ਹੁਣ ਉਸ ਤੋਂ ਬਾਅਦ ਆਪਾਂ ਨੂੰ ਟੋਟਲ ਦੇ ਕਿੰਨਾ ਰੱਖਿਆ 84,000, ਕੀ ਦੇ ਰੱਖਿਆ 84,000, 7 ਦੇ ਟੇਬਲ ਤੇ ਜਾਊਗਾ 7 5 ਦਾ 35 ਐਂਡ ਆ ਗਿਆ 12,000, ਠੀਕ ਹੈ। ਹੁਣ 5 ਦੇ ਟੇਬਲ ਤੇ ਫੇਰ ਗਿਆ 2400, ਠੀਕ ਹੈ ਜੀ। ਹੁਣ ਆ ਗਿਆ ਇਹਨੂੰ ਮਲਟੀਪਲਾਈ ਕਰਾਂਗੇ 12 ਚੌਕੇ 48, 24 ਤੇ 4 28, that means our answer is 28800, option C is the correct option, 28,800, that means B ਦਾ ਸ਼ੇਅਰ ਕਿੰਨਾ ਹੈ 28,800। ਜੇ ਮੰਨ ਲਓ ਇਨਕੇਸ ਆਪਾਂ A ਦਾ ਕੱਢਣਾ ਹੁੰਦਾ ਤਾਂ ਇੱਥੇ 12 ਦੀ ਜਗ੍ਹਾ ਕੀ ਲਿਖ ਲੈਂਦੇ ਆਪਾਂ 15 ਲਿਖ ਲੈਂਦੇ, ਇੱਥੇ ਲਿਖ ਲੈਂਦੇ 15। ਜੇ ਮੰਨ ਲਓ C ਦਾ ਕੱਢਣਾ ਹੁੰਦਾ ਤਾਂ ਇੱਥੇ 15 ਦੀ ਜਗ੍ਹਾ ਕੀ ਲਿਖ ਲੈਂਦੇ 8 ਲਿਖ ਲੈਂਦੇ, ਦੈਟ ਮੀਨਸ ਆਪਾਂ ਕਿਸੇ ਦਾ ਵੀ ਸ਼ੇਅਰ ਈਜ਼ੀਲੀ ਜਦੋਂ ਰੇਸ਼ੋ ਆ ਗਈ ਕੱਢ ਸਕਦੇ। ਹੁਣ ਅਗਲੇ ਕੁਐਸਚਨ ਦੇ ਵਿੱਚ ਕੀ ਹੈ, ਬੋਲੇ 8640 ਰੁਪਏ, ਰੁਪੀਜ਼ 8640 ਆਪਾਂ ਡਿਸਟ੍ਰੀਬਿਊਟ ਕੀਤੇ ਚਾਰ ਬੰਦੇ A B C ਤੇ D ਦੇ ਵਿੱਚ, such that 5 times the share of A, 4 times the share of B, 8 times the share of C and 10 times share of D all are equal। ਆਪਾਂ ਨੂੰ ਕੀ ਦਿੱਤਾ ਵੀ A ਦਾ 5 times share, B ਦਾ 4 times share, C ਦਾ 8 times and D ਦਾ 10 times share ਸਾਰੇ ਆਪਸ ਚ ਕੀ ਹੈ ਇਕੁਅਲ ਹੈ। ਹੁਣ ਇਕੁਅਲ ਦੇਤੇ ਤਾਂ ਤੁਹਾਨੂੰ ਇਕੁਅਲ ਵਾਲਾ ਕਨਸੈਪਟ ਮੈਂ ਪਹਿਲਾਂ ਕਰਵਾਇਆ ਸੀ, ਜਿਹਨੇ ਨਹੀਂ ਦੇਖਿਆ ਪਲੀਜ਼ ਉਹ ਦੁਬਾਰਾ ਉਹ ਵੀਡੀਓ ਦੇਖੋ। ਉਹਦੇ ਵਿੱਚ ਮੈਂ ਕੀ ਦੱਸਿਆ ਸੀ ਵੀ ਜਦੋਂ ਵੀ ਇਸ ਟਾਈਪ ਦਾ ਦੇ ਦੇ ਵੀ ਸ਼ੇਅਰ ਅਮਾਊਂਟ ਜਾਂ ਕੁਝ ਵੀ ਇਸ ਟਾਈਪ ਦਾ ਦੇ ਦੇ ਵੀ ਇਕੁਅਲ ਹੈ, ਉਹਨਾਂ ਦੀ ਰੇਸ਼ੋ ਕੱਢਣੀ ਆਪਾਂ। ਤਾਂ ਹੁਣ ਦੇਖੋ 5 times share of A is equal to 4 times share of B is equal to 8 times share of C is equal to 10 times share of D, ਠੀਕ ਹੈ। ਆ ਆਪਾਂ ਨੂੰ ਗਿਵਨ ਹੈ ਵੀ ਸਾਰੇ ਇੰਨੇ ਇੰਨੇ ਬਰਾਬਰ ਹੈ, ਵੀ A ਦਾ 5 ਟਾਈਮਸ, B ਦਾ 4 ਟਾਈਮਸ, C ਦਾ 8 ਟਾਈਮਸ, D ਦਾ 10 ਟਾਈਮਸ। ਹੁਣ ਆਪਾਂ ਨੂੰ ਕੀ ਕੱਢਣ ਨੂੰ ਕਿਹਾ, ਆਪਾਂ ਇਹਦੀ ਰੇਸ਼ੋ ਕੱਢਣੀ ਪਊਗੀ ਤਾਂ ਹੀ ਆਪਾਂ ਐਟ ਦੀ ਐਂਡ ਸ਼ੇਅਰ ਕੱਢ ਸਕਦੇ ਵੀ C ਦਾ ਸ਼ੇਅਰ ਕਿੰਨਾ ਹੈ। ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਵੀ ਇਸ ਟਾਈਪ ਦਾ ਆਵੇ ਇਕੁਅਲ ਟੂ K ਮੰਨ ਕੇ ਕਰਨਾ ਹੈ, ਫਿਰ ਉਹ ਇੱਧਰ ਜਾ ਕੇ ਡਿਵਾਈਡ ਹੋਊਗਾ, ਉਹ ਵੈਲਿਊਜ਼ ਆਪਾਂ ਰੇਸ਼ੋ 'ਚ ਪਾ ਦਾਂਗੇ, ਉਵੇਂ ਕੱਢ ਲਾਂਗੇ। ਬਟ ਤੁਹਾਨੂੰ ਉਹਦਾ ਸ਼ਾਰਟ ਤਰੀਕਾ ਵੀ ਦੱਸਿਆ ਸੀ ਵੀ ਜਦੋਂ ਵੀ ਕੁਝ ਇਹ ਦਿੱਤਾ ਹੋਵੇ ਆਪਾਂ ਰੇਸ਼ੋ ਕੱਢਣੀ ਹੋਵੇ, ਇਹ ਬਰਾਬਰ ਦਿੱਤੇ ਹੋਣ, ਰੇਸ਼ੋ ਕੱਢਣੀ A ਰੇਸ਼ੋ B ਰੇਸ਼ੋ C ਰੇਸ਼ੋ D, ਤਾਂ ਇੱਧਰ 5 ਮਲਟੀਪਲਾਈ 'ਚ ਹੈ ਨਾ, ਇੱਧਰ 5 ਕੀ ਹੈ ਮਲਟੀਪਲਾਈ 'ਚ, ਉਧਰ ਜਾ ਕੇ ਉਲਟਾ ਹੋ ਜਾਊਗਾ। ਉਲਟਾ ਹੋ ਜਾਊਗਾ ਮਤਲਬ ਕੀ ਹੈ, ਇੱਧਰ 5 ਹੈ ਤੇ ਇੱਥੇ ਕੀ ਹੋ ਜਾਊ 1/5, ਇੱਥੇ 4 ਇੱਥੇ ਹੋ ਜਾਊ 1/4, ਇੱਥੇ 8 ਇੱਥੇ ਹੋ ਜਾਊ 1/8, ਇੱਥੇ 10 ਹੈ ਇੱਥੇ ਕੀ ਹੋ ਜਾਊ 1/10, ਠੀਕ ਹੈ ਜੀ। ਕੀ ਹੈ ਜਦੋਂ ਵੀ ਇਸ ਟਾਈਪ ਦਾ ਬਰਾਬਰ ਦਿੱਤਾ ਹੋਵੇ ਆਪਾਂ ਸਾਰੀਆਂ ਰੇਸ਼ੋਜ਼ ਉਲਟੀਆਂ ਕਰਕੇ ਲਿਖ ਦਾਂਗੇ। ਹੁਣ 5 4 8 ਤੇ 10 ਇਹਦਾ ਆਪਾਂ ਲੈਣਾ ਐਲਸੀਐਮ, ਐਲਸੀਐਮ ਆਪਾਂ ਪ੍ਰੋਪਰਲੀ ਬੱਚਿਓ ਕਰਾਂਗੇ, ਸੈਪਰੇਟ ਚੈਪਟਰ ਵੀ ਕਰਾਂਗੇ, ਬਟ ਹੁਣ ਫॉर ਟਾਈਮ ਬੀਇੰਗ ਆਪਾਂ ਕੀ ਦੇਖਣਾ ਹੈ ਵੀ ਕੱਢਣਾ ਕਿਵੇਂ ਹੈ। ਤਾਂ ਸਭ ਤੋਂ ਵੱਡਾ ਨੰਬਰ ਕਿਹੜਾ 10, 10 ਦਾ ਟੇਬਲ ਪੜ੍ਹਨਾ ਸਟਾਰਟ ਕਰ ਦਿਓ, 10 1s are 10, 10 2s are 20, 10 3s are 30, 10 4s are 40। ਹੁਣ 40 ਇਸ ਤੇ ਵੀ ਡਿਵੀਜ਼ੀਬਲ ਹੈ, 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 ਦੈਟ ਮੀਨਸ ਐਲਸੀਐਮ ਇਜ਼ 40। ਹੁਣ ਉਹ 40 ਨਾਲ ਸਾਰਿਆਂ ਨੂੰ ਮਲਟੀਪਲਾਈ ਕਰ ਲਓ, ਠੀਕ ਹੈ ਜੀ। ਆ ਗਿਆ 8 ਤੇ, ਆ ਗਿਆ 10 ਤੇ, ਆ ਗਿਆ 5 ਤੇ, ਆ 1 0 1 0, ਦੈਟ ਮੀਨਸ ਰੇਸ਼ੋ ਆਪਣੀ ਕਿੰਨੀ ਆ ਗਈ ABCD ਦੀ 8 ਰੇਸ਼ੋ 10 ਰੇਸ਼ੋ 5 ਰੇਸ਼ੋ 4, 8 ਰੇਸ਼ੋ 10 ਰੇਸ਼ੋ 5 ਰੇਸ਼ੋ 4। ਹੁਣ ਆਪਣੇ ਕੋਲੇ ਰੇਸ਼ੋ ਆ ਚੁੱਕੀ ਹੈ, ਰੇਸ਼ੋ ਆ ਚੁੱਕੀ ਹੈ ਤਾਂ ਹੁਣ ਕੁਝ ਨਹੀਂ ਕਰਨਾ, ਆਪਾਂ ਸ਼ੇਅਰ ਆਫ C ਕੱਢਣਾ, ਤਾਂ ਸ਼ੇਅਰ ਆਫ C ਕਿੰਨਾ 5, ਸ਼ੇਅਰ ਆਫ C ਹੈ ਕਿੰਨਾ 5 ਹੈ, ਵਿਜ਼ੀਬਲ ਹੈ ਸਕਰੀਨ ਦੇ ਵਿੱਚ, ਹਾਂ ਸ਼ੇਅਰ ਆਫ C ਕਿੰਨਾ 5 ਹੈ, ਤਾਂ ਟੋਟਲ ਕਿੰਨਾ ਹੈ 10 ਤੇ 5 15, 15 4 19, 19 ਤੇ 8 ਕਿੰਨਾ ਹੋ ਗਿਆ 27, ਤਾਂ ਟੋਟਲ ਆਪਣਾ ਕਿੰਨਾ ਹੈ 27। ਓਕੇ, ਤੇ ਹੈ ਕਿੰਨਾ ਕਿਵੇਂ ਆਪਾਂ ਨੂੰ 8640, ਕਿੰਨਾ B ਦਾ ਆਪਾਂ C ਦਾ ਸ਼ੇਅਰ ਕੱਢਣਾ, C ਦਾ ਸ਼ੇਅਰ ਕਿੰਨਾ ਹੈ 5 ਆਊਟ ਆਫ ਟੋਟਲ 27। ਹੁਣ ਦੇਖੋ 27 81,
सीधा कट्टिया जा रहा है 27 भी 81 27 दूनी 54 320 ठीक है। तो हुण 320 इंटू 5 करांगे 5 दिन 10 1 5 ते 15 1 16 1600 रुपये अपना की आ गया सी का शेयर आ गया। ऑप्शन डी इज योर करेक्ट ऑप्शन 1600। ओके स्टूडेंट्स चलो जी हुण की है ਉਹੀ ਜਿਹੜਾ ਆਪਾਂ ਪਹਿਲਾ ਕੁਐਸਚਨ ਕੀਤਾ ਸੀ ਪਹਿਲੇ ਦੇ ਵਿੱਚ ਸਿਰਫ ਆਪਾਂ ਰੇਸ਼ੋ ਕੱਢੀ ਸੀ ਇਸ ਦੇ ਵਿੱਚ ਕੀ ਹੈ ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਆ ਗਈ ਆਪਾਂ ਨੂੰ ਵੀ ਕਿਵੇਂ ਆਪਾਂ ਉਹ ਵੈਲਿਊ ਕੱਢਣੀ। ਹੁਣ ਦੇਖੋ ਬੋਲੇ ਅਮਾਉਂਟ ਆਫ ਰੁਪੀਸ 34800 ਅਮਾਉਂਟ ਕਿੰਨੀ ਹੈ 34800 ਹੈ ਉਹ ਆਪਾਂ ਚਾਰ ਬੰਦੇ ABCD ਦੇ ਵਿੱਚ ਡਿਸਟ੍ਰੀਬਿਊਟ ਕੀਤੀ ਹੈ। ਹੁਣ ਆਪਾਂ ਛੇਤੀ ਛੇਤੀ ਕੱਢਾਂਗੇ ਰੇਸ਼ੋ ਉਵੇਂ ਕਹਿੰਦੇ ਇਫ A ਗਾਟ ਰੁਪੀ 1 B ਗਾਟ 80 ਪੈਸਾ A ਨੂੰ ਜੇ 100 ਮਿਲਿਆ ਤਾਂ B ਨੂੰ ਕਿੰਨਾ ਮਿਲਿਆ 80 80। ਫਿਰ ਉਹਨਾਂ ਨੇ ਕੀ ਕਿਹਾ ਕਹਿੰਦੇ ਜੇ B ਨੂੰ ਮਿਲਦਾ ਹੈ 1 ਰੁਪਿਆ C ਨੂੰ ਮਿਲਦਾ 1 ਰੁਪਏ 20 ਪੈਸੇ ਜੇ ਇਹਨੂੰ 100 ਮਿਲਦਾ ਤਾਂ ਇਹਨੂੰ 120 ਮਿਲਦਾ। ਫਿਰ ਆਪਾਂ ਨੂੰ ਕੀ ਕਿਹਾ when C got 1 ਰੁਪਏ D got 75 ਪੈਸਾ ਜੇ C ਨੂੰ ਆਪਣਾ ਕੀ ਮਿਲਦਾ ਹੈ 100 ਪੈਸੇ ਤਾਂ D ਨੂੰ ਕਿੰਨਾ ਮਿਲਦੇ ਆ 75 ਪੈਸੇ। ਓਕੇ ਸਟੂਡੈਂਟਸ ਹੁਣ ਆਪਣੇ ਕੋਲੇ A B C D ਆ ਚੁੱਕਿਆ ਆਪਾਂ ਨੂੰ ਟੋਟਲ ਦੇ ਰੱਖਿਆ ਹੁਣ ਆਪਾਂ ਨੇ ਕੀ ਹੈ ਕੰਬਾਈਨਡ ਰੇਸ਼ੋ ਬਣਾਉਣੀ ਪਊ ਤਾਂ ਪਹਿਲਾਂ ਆ ਕੱਟੀ ਆਪਾਂ ਕਿੰਨੀ ਰੇਸ਼ੋ ਆਉਂਦੀ ਹੈ ਇਹ ਆਈ 5:4 ਇਹ ਆਈ 5:6 ਤੇ ਆਈ 4:3 ਕਿਉਂਕਿ ਆਪਾਂ ਕੀ ਕੱਟਣਾ ਜਿੰਨਾ ਮੈਕਸਿਮਮ ਕੱਟਿਆ ਜਾ ਰਿਹਾ ਉਹਨਾਂ ਕੱਟਣਾ ਆ 20 ਦੇ ਟੇਬਲ ਤੇ ਡਿਵੀਜ਼ੀਬਲ ਸੀ ਆ ਵੀ ਦੋਨੋਂ 20 ਆ 25 ਦੇ ਟੇਬਲ ਤੇ ਡਿਵੀਜ਼ੀਬਲ ਸੀ ਠੀਕ ਹੈ। ਹੁਣ ਆਪਣੇ ਕੋਲ A ਰੇਸ਼ੋ B ਇੰਨੀ ਆ ਗਈ B ਰੇਸ਼ੋ C ਇੰਨੀ ਆ ਗਈ C ਰੇਸ਼ੋ D ਇੰਨੀ ਆ ਗਈ ਤਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਫਸਟ ਲੈਕਚਰ ਦੇ ਵਿੱਚ ਕਰਵਾਇਆ ਸੀ ਵੀ ਜਦੋਂ ਇਸ ਟਾਈਪ ਦੀਆਂ ਰੇਸ਼ੋਜ਼ ਦਿੱਤੀਆਂ ਹੋਣ ਤੇ ਆਪਾਂ ਕੰਬਾਈਨਡ ਰੇਸ਼ੋ ਕੱਢਣੀ ਹੈ ਕਿਵੇਂ ਕੱਢਣੀ ਹੈ ਤਾਂ ਉੱਪਰ ਕੀ ਕਰਨਾ A B C D ਲਿਖ ਲੈਣਾ A B C D ਲਿਖ ਲਿਆ A B C D ਲਿਖ ਲਿਆ A B ਦੀ ਜਗ੍ਹਾ A B ਇੱਥੇ ਕੀ ਹੈਗਾ 5:4 ਨੈਕਸਟ ਲਾਈਨ ਦੇ ਵਿੱਚ B C ਦੀ ਜਗ੍ਹਾ B C 5:6 ਅਗਲੀ ਲਾਈਨ ਦੇ ਵਿੱਚ C D ਦੀ ਜਗ੍ਹਾ C D 4:3 ਠੀਕ ਹੈ ਜੀ। ਹੁਣ ਇੱਥੇ ਖਾਲੀ ਜਗ੍ਹਾ 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 ਇੱਥੇ ਓਕੇ ਹੁਣ ਇੱਥੇ ਖਾਲੀ ਜਗ੍ਹਾ ਕੌਣ ਆਊ 4 ਆ ਜੂ ਇੱਥੇ ਕੌਣ ਖਾਲੀ ਜਗ੍ਹਾ ਆ ਜੂ 4 ਆ ਜੂ ਔਰ ਸਾਰਾ ਕਨਸੈਪਟ ਨਾ ਮੈਂ ਫਸਟ ਲੈਕਚਰ ਵਿੱਚ ਬੜੀ ਡਿਟੇਲ ਨਾਲ ਉਹ 'ਚ ਮੈਂ ਸਿਰਫ ਕਨਸੈਪਟ ਹੀ ਸਮਝਾਏ ਸੀ ਮਤਲਬ ਕਿਵੇਂ ਆਪਾਂ ਕੰਬਾਈਨਡ ਰੇਸ਼ੋਜ਼ ਫ੍ਰੈਕਸ਼ਨ ਤੋਂ ਦੂਸਰੀ ਰੇਸ਼ੋ ਦੇ ਵਿੱਚ ਕਨਵਰਟ ਕਰਨਾ ਉਹ ਸਾਰੀ ਚੀਜ਼ਾਂ ਆਪਾਂ ਫਸਟ ਲੈਕਚਰ ਦੇ ਵਿੱਚ ਸਿਰਫ ਇੰਟਰੋਡਕਟਰੀ ਪਾਰਟ ਦੇ ਵਿੱਚ ਕੀਤੀਆਂ ਸੀ ਤਾਂ ਉਹ ਪਲੀਜ਼ ਬੜੇ ਧਿਆਨ ਨਾਲ ਦੇਖਣੀ ਹੈ ਵੀਡੀਓ ਦੁਬਾਰਾ ਦੇਖ ਲਓ ਜੇ ਕਿਸੇ ਨੇ ਨਹੀਂ ਦੇਖੀ ਜੇ ਡਾਊਟ ਹੈ ਤਾਂ ਵੀ ਦੁਬਾਰਾ ਦੇਖ ਲਓ। ਹੁਣ ਇੱਥੇ 6 ਹੈ ਤਾਂ 6 ਇੱਥੇ ਫਿਰ ਟ੍ਰਾਂਸਫਰ ਹੋ ਗਿਆ ਆ 5 ਹੈ 5 ਇੱਧਰ ਟ੍ਰਾਂਸਫਰ ਹੋ ਗਿਆ 4 ਹੈ ਇੱਧਰ 4 ਟ੍ਰਾਂਸਫਰ ਹੋ ਗਿਆ ਫਿਰ ਇੱਧਰ 4 ਟ੍ਰਾਂਸਫਰ ਹੋ ਗਿਆ ਓਕੇ ਜੀ। ਹੁਣ ਉਸ ਤੋਂ ਬਾਅਦ ਕੀ ਕਰਨਾ ਆਪਾਂ ਸਿੱਧਾ ਮਲਟੀਪਲਾਈ ਕਰਨੀ ਹੈ ਆ ਕਿੰਨਾ 5 into 5 is 25 into 4 is 100 5 ਚੌਕੇ 20 20 ਚੌਕੇ 80 6 ਚੌਕ 24 ਚੌਕ 96 6 ਤੇ 18 18 ਚੌਕ 72 ਆ ਕੀ ਆ ਗਿਆ ਆਪਣੇ ਕੋਲੇ ਰੇਸ਼ੋ ਆ ਗਈ। ਹੁਣ ਇਹ ਰੇਸ਼ੋ ਆਈ ਨਹੀਂ ਜਿੰਨਾ ਕੱਟਿਆ ਜਾਂਦਾ ਉਹਨਾਂ ਕੱਟੋ 20 ਤੇ ਹੁਣ 2 ਦੇ ਇਹਨੂੰ ਆਪਾਂ 2 ਤੇ ਡਿਵੀਜ਼ੀਬਲ ਜੇ ਕਰੀਏ ਸਾਰਿਆਂ ਨੂੰ ਆ ਗਿਆ 50 ਤੇ ਆ ਗਿਆ 40 ਤੇ ਆ ਗਿਆ 40 आई थिंक सो ये विजिबल नहीं होना मैं उत्ते करके दिखाना इसे देखो 100 80 96 72 कितना आया 100 80 96 72 आही आई सी ABCD रेशो 100 80 96 72 ठीक है। ਹੁਣ ਦੇਖੋ ਕੱਟੋ ਕਿੰਨਾ ਕੱਟਿਆ ਜਾਂਦਾ ਆ ਕਿੰਨੇ ਤੇ ਗਿਆ 50 ਤੇ ਆ ਗਿਆ 40 ਤੇ ਆ ਗਿਆ 48 ਤੇ आ गया 36 ठीक है। फिर कट्टे जा रहे कट दो आ गया 25 ਤੇ आ गया 10 20 ਤੇ आ गया 2 ਦੇ ਟੇਬਲ 24 ਤੇ आ गया 2 ਦੇ ਟੇਬਲ 18 ਤੇ ਹੁਣ ਹੋਰ ਕੱਟਿਆ ਜਾ ਰਿਹਾ ਨਹੀਂ ਕੱਟਿਆ ਜਾ ਰਿਹਾ ਦੈਟ ਮੀਨਸ ਆਪਣੀ ਰੇਸ਼ੋ ਕਿੰਨੀ ਆਈ 25:20:24:18 25:20:24:18 ਆਪਣੇ ਕੋਲੇ ਕੀ ਆ ਗਈ ABCD ਦੀ ਰੇਸ਼ੋ ਆ ਗਈ। ਹੁਣ ਆਪਾਂ ਨੂੰ ਕੀ ਕੱਢਣ ਨੂੰ ਕਿਹਾ A ਦਾ ਸ਼ੇਅਰ ਕੱਢਣਾ ਤਾਂ A ਦਾ ਸ਼ੇਅਰ ਕਿੰਨਾ 25 A ਦਾ ਸ਼ੇਅਰ ਕਿੰਨਾ 25 ਟੋਟਲ ਕਿੰਨਾ
25 ਤੇ 20 is 45, 45 and 20 is 65, 65 and 4 is 69, 69 plus 8 is how much? 69 plus 8 is 77, and 77 plus 10 is 87. चेक कर लिया अपन 45, 45, ठीक है। ਹੁਣ ਆਪਾਂ ਨੂੰ ਦਿੱਤਾ ਕਿੰਨਾ 34800 ਆ ਕਿੰਨਾ ਦਿੱਤਾ ਹੈ 34800 ਠੀਕ ਹੈ। ਹੁਣ ਦੇਖੋ ਇਹ ਤੇ ਕਿਤੇ ਡਿਵੀਜ਼ੀਬਲ ਹੋ ਰਿਹਾ ਇੱਕ ਸੈਕਿੰਡ 5 4 5 6 4 3 5 4 5 6 4 3 ठीक है 4 4 6 5 4 ठीक है 100 5 4 20 20 ठीक है 24 ठीक है ठीक है। ਹੁਣ ਦੇਖੋ ਆ ਕਿੰਨਾ ਆਇਆ ਸੀ 87 ਆਇਆ ਸੀ। ਹੁਣ ਆਪਾਂ ਚੈੱਕ ਕਰਨਾ ਵੀ ਕਿੰਨੇ ਤੇ ਜਾ ਰਹੇ ਠੀਕ ਹੈ। ਤਾਂ ਹੁਣ 87 ਕਿਸੇ ਟੇਬਲ ਜਾਂ ਡਾਇਰੈਕਟ ਮਲਟੀਪਲਾਈ ਹੋਊਗਾ ਕਿਸੇ ਨਾ ਕਿਸੇ ਨੰਬਰ ਤੇ ਤਾਂ ਆਪਾਂ ਚੈੱਕ ਕਰ ਲੈਂਦੇ ਹਾਂ। ਜੇ ਆਪਾਂ 87 ਨੂੰ 8 5 40 ਤੇ 24 8 32 ਠੀਕ ਹੈ 8 4 87 into 4 ਕਰਦੇ ਹਾਂ ਆਪਾਂ 28 8 32 ਤੇ 2 34 दैट मीन्स अपने किन्ने ते जा रहा है 4 400 ਤੇ ਗਿਆ 25 ਚੌਕਾ ਕਿੰਨਾ 100 ਨਾਲ 2 ਜ਼ੀਰੋ ਹੋਰ ਲੱਗੀਆਂ दैट मीन्स 10000 ਆਪਣਾ ਕਿਹਦਾ ਆ ਗਿਆ ਸ਼ੇਅਰ ਆਪਾਂ ਕੱਢਿਆ A ਦਾ दैट मीन्स A ਦਾ ਸ਼ੇਅਰ ਕਿੰਨਾ ਹੈ 10000 A is your correct option। ਤੇ ਮੈਂ ਤੁਹਾਨੂੰ ਉਹੀ ਦੱਸਿਆ ਵੀ ਆਪਾਂ ਸਿਰਫ ਉਹ ਕੁਐਸਚਨ ਨਹੀਂ ਕਰਾਂਗੇ ਵੀ ਜਿਹਦੇ ਵਿੱਚ ਕੈਲਕੂਲੇਸ਼ਨ ਛੋਟੀ ਮੋਟੀ ਹੋਊਗੀ ਆਪਾਂ ਉਹੀ ਕੁਐਸਚਨਸ ਕਰਾਂਗੇ ਜਿਹੜੇ ਐਗਜ਼ਾਮ ਦੇ ਵਿੱਚ ਆਣਗੇ ਤੇ ਅੱਜ ਕੱਲ ਤੁਹਾਨੂੰ ਪਤਾ ਐਗਜ਼ਾਮ ਦੇ ਵਿੱਚ ਕੈਲਕੂਲੇਟਿਵ ਕੁਐਸਚਨਸ ਆਉਂਦੇ ਆ ਤਾਂ ਇਹੀ ਵੱਡੀ ਵੱਡੀ ਰਕਮਾਂ ਹੀ ਆਣਗੇ ਇੱਥੇ ਲੰਬੇ ਲੰਬੇ ਕੱਟੇ ਜਾਣਗੇ ਠੀਕ ਹੈ। ਤਾਂ ਇਹ ਨਾ ਐਸਟੀਮੇਟ ਜਿਹਾ ਲਾ ਲਿਆ ਕਰੋ। ਐਸਟੀਮੇਟ ਕਿਵੇਂ ਲਾਉਂਗੇ ਵੀ ਹੁਣ ਤੁਹਾਨੂੰ ਪਤਾ 8 ਤੇ 24 ਹੈ 8 ਚੌਕ 32 ਹੈ ਤਾਂ 8 ਨੂੰ 4 ਨਾਲ ਕਰੋ ਤਾਂ 32 ਦੇ ਨੀਅਰ ਅਬਾਊਟ ਕੁਛ ਆਊਗਾ ਵੀ 34 ਕੁਛ ਹੈ ਤਾਂ ਮਲਟੀਪਲਾਈ ਕਰਕੇ ਦੇਖੋਗੇ ਤਾਂ ਐਗਜ਼ੈਕਟ ਉਹੀ ਹੁੰਦਾ ਆਲਮੋਸਟ ਕੱਟਣ ਵਾਲਾ ਹੀ ਹੁੰਦਾ ਹਮੇਸ਼ਾ। ਚਲੋ ਜੀ ਹੁਣ ਇੰਪੋਰਟੈਂਟ ਕੁਐਸਚਨ ਹੈ ਵੈਰੀ ਇੰਪੋਰਟੈਂਟ ਕੁਐਸਚਨ ਧਿਆਨ ਨਾਲ ਦੇਖਣਾ। ਹੁਣ ਕੀ ਦੱਸਿਆ ਆਪਾਂ ਨੂੰ ਬੋਲੇ ਟੋਟਲ ਕੁਛ ਨੰਬਰ ਹੈ ਇੰਨੀ ਅਮਾਊਂਟ ਹੈ 63600 ਆਪਾਂ ਡਿਸਟ੍ਰੀਬਿਊਟ ਕੀਤੀ ਹੈ। ਆਪਾਂ ਪਹਿਲਾਂ ਤਾਂ ਕਹਿੰਦੇ ਸੀ ABC ਦੇ ਵਿੱਚ ਕਰਤੀ ਜਾਂ ਮੇਲ ਫੀਮੇਲ ਚਿਲਡਰਨ ਦੇ ਵਿੱਚ ਕਰਤੀ ਬਟ ਹੁਣ ਆਪਾਂ ਨੂੰ ਕੀ ਦੇਤਾ ਹੁਣ ਆਪਾਂ ਨੂੰ ਦਿੱਤਾ ਵੀ ਮੇਲ 8 ਮੇਲ ਹੈ 12 ਫੀਮੇਲ ਹੈ ਤੇ 15 ਕੀ ਹੈ ਚਿਲਡਰਨ ਹੈ। ਆਪਾਂ ਨੂੰ ਕੀ ਦਿੱਤਾ ਇਹ ਇੱਕ ਦਾ ਦਿੱਤਾ ਵੀ ਇੰਨੇ ਇੰਨੇ ਡਿਸਟ੍ਰੀਬਿਊਟ ਕੀਤੀ ਠੀਕ ਹੈ ਆ ਚਿਲਡਰਨ। ਫਿਰ ਕੀ ਕਿਹਾ ਆਪਾਂ ਨੂੰ ਕਹਿੰਦੇ ਸ਼ੇਅਰ ਆਫ 4 ਮੇਲਸ ਇਜ਼ ਇਕੁਅਲ ਟੂ ਸ਼ੇਅਰ ਆਫ 10 ਚਿਲਡਰਨ। ਹੁਣ ਆ ਕੀ ਹੈ ਮੇਲ ਫੀਮੇਲ ਤੇ ਚਿਲਡਰਨ ਹੈ। ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ ਵੀ 4 ਮੇਲ ਦਾ ਜਿਹੜਾ ਸ਼ੇਅਰ ਹੈ ਉਹ ਕਿਹਦੇ ਬਰਾਬਰ ਹੈ 10 ਚਿਲਡਰਨ। 4 ਮੇਲ ਦਾ ਸ਼ੇਅਰ 10 ਚਿਲਡਰਨ ਦੇ ਸ਼ੇਅਰ ਦੇ ਬਰਾਬਰ ਹੈ। ਫਿਰ ਆਪਾਂ ਨੂੰ ਕੀ ਕਿਹਾ ਕਹਿੰਦੇ ਸ਼ੇਅਰ ਆਫ 2 ਫੀਮੇਲ 2 ਫੀਮੇਲ ਦਾ ਕਿਹਦੇ ਬਰਾਬਰ ਹੈ 3 ਚਿਲਡਰਨ ਦੇ 3 ਚਿਲਡਰਨ ਦੇ ਬਰਾਬਰ ਠੀਕ ਹੈ। ਮਤਲਬ ਕੀ ਹੈ ਵੀ ਜਿੰਨੇ 4 ਮੇਲ ਨੂੰ ਮਿਲਾ ਕੇ ਪੈਸੇ ਮਿਲਦੇ ਆ ਉਹਨੇ 10 ਚਿਲਡਰਨ ਨੂੰ ਮਿਲਾ ਕੇ ਮਿਲਦੇ ਆ ਜਿੰਨੇ 2 ਫੀਮੇਲ ਨੂੰ ਮਿਲਦੇ ਆ ਉਹਨੇ 3 ਚਿਲਡਰਨ ਨੂੰ ਮਿਲਦੇ ਤਾਂ ਹੁਣ ਇਸ ਤੋਂ ਆਪਾਂ ਰੇਸ਼ੋ ਕੱਢ ਲਾਂਗੇ ਮੇਲ ਤੇ ਚਿਲਡਰਨ ਦੀ ਕਿੰਨੀ ਆ ਗਈ ਸੀ ਇੱਧਰ ਆ ਕਿੰਨਾ ਆ ਗਿਆ 10:4 ਕਿੰਨਾ ਕੱਟਿਆ ਜਾਂਦਾ ਕੱਟ ਦੋ 5:2 ਆ ਗਿਆ ਆਪਣੇ ਕੋਲੇ ਮੇਲ ਤੇ ਚਿਲਡਰਨ। ਹੁਣ ਆ ਜਿਹੜੀ ਰੇਸ਼ੋ ਆ ਰਹੀ ਹੈ ਨਾ ਇਹ ਇੱਕ ਮੇਲ ਤੇ ਇੱਕ ਚਿਲਡਰਨ ਦੀ ਆ ਰਹੀ ਹੈ ਧਿਆਨ ਦਿਓ ਕਿਉਂਕਿ ਉਹ ਤਾਂ ਆਪਾਂ 4 ਮੇਲ ਦਾ ਆ ਇੱਕ ਮੇਲ ਦਾ ਸੀ ਸ਼ੇਅਰ ਆ ਇੱਕ ਚਿਲਡਰਨ ਦਾ ਸ਼ੇਅਰ ਸੀ ਆਪਾਂ ਕੀ ਕਿਹਾ 4 ਮੇਲ ਦਾ ਤਾਂ into 4 ਕੀਤਾ ਉਹ 4 ਮੇਲ ਦਾ ਆਇਆ ਸੀ ਜਿਹੜੀ ਆ ਵੈਲਿਊ ਆਈ ਆਪਣੀ ਆਹ ਰੇਸ਼ੋ ਆਈ ਇੱਕ ਮੇਲ ਤੇ ਇੱਕ ਚਿਲਡਰਨ ਦੀ ਆਈ ਹੈ ਧਿਆਨ ਦੇਣੀ। ਫਿਰ ਉਸ ਤੋਂ ਬਾਅਦ ਫੀਮੇਲ ਤੇ ਚਿਲਡਰਨ ਦਾ ਕਿੰਨਾ ਹੈ 3:2 ਆ ਗਿਆ। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਵੀ ਇਸ ਟਾਈਪ ਦਾ ਕੁਝ ਹੋਵੇ ਆਪਾਂ ਰੇਸ਼ੋ ਕੱਢਣੀ ਹੈ ਤਾਂ ਜਿਹੜੀ ਰੇਸ਼ੋ ਇੱਥੇ ਖਤਮ ਹੁੰਦੀ ਹੈ ਉੱਥੋਂ ਨੈਕਸਟ ਰੇਸ਼ੋ ਸਟਾਰਟ ਹੋਣੀ ਚਾਹੀਦੀ ਹੈ ਬਟ ਇਹ F ਤੋਂ ਹੋਣੀ ਚਾਹੀਦੀ F ਤੋਂ ਹੋ ਰਹੀ ਹੈ ਤਾਂ ਆਪਾਂ ਇਹਨੂੰ ਉਲਟਾ ਕਰਕੇ C/F ਲਿਖ ਦਾਂਗੇ 2:3 ਆ ਗਿਆ ਠੀਕ ਹੈ ਸਟੂਡੈਂਟਸ। ਹੁਣ ਦੇਖੋ ਆਪਣੇ ਕੋਲੇ M/C दैट मीन्स ਮੇਲ ਤੇ ਚਿਲਡਰਨ ਦੀ ਕਿੰਨੀ ਰੇਸ਼ੋ ਹੈ 5 ਹਾਂ 5:2 ਤੇ ਉਸ ਤੋਂ ਬਾਅਦ ਚਿਲਡਰਨ ਤੇ ਫੀਮੇਲ ਦੀ ਕਿੰਨੀ ਹੈ 2:3
2:3। ਹੁਣ ਇਸ ਤੋਂ ਆਪਾਂ ਕੀ ਕੱਢ ਲਾਂਗੇ, ਇੱਕ ਮੇਲ ਇੱਕ ਚਿਲਡਰਨ ਤੇ ਇੱਕ ਫੀਮੇਲ ਦੀ ਸ਼ੇਅਰ ਦੀ ਰੇਸ਼ੋ। ਤਾਂ ਕਿੰਨਾ ਆਊਗਾ 10 4 6। 5 दूनी 10, 2 दूनी 4, 3 दूनी 6। ਕੱਟੋ ਕਿੰਨਾ ਕੱਟਿਆ ਜਾਂਦਾ 5 ਤੇ ਗਿਆ, 2 ਤੇ ਗਿਆ, 3 ਤੇ ਗਿਆ। ਤਾਂ 5 2 3 ਆਪਣੀ ਕੀ ਦੀ ਰੇਸ਼ੋ ਆਈ, ਮੇਲ ਚਿਲਡਰਨ ਤੇ ਫੀਮੇਲ। ਆਪਣੇ ਕੋਲੇ ਮੇਲ ਚਿਲਡਰਨ ਤੇ ਫੀਮੇਲ ਦੇ ਈਚ ਦਾ ਸ਼ੇਅਰ ਆ ਗਿਆ। ਹੁਣ ਇਹ ਜਦੋਂ ਮੈਂ ਈਚ ਟੋਟਲ ਬੋਲਦਾ ਤਾਂ ਤੁਹਾਡੇ ਮਾਈਂਡ ਦੇ ਵਿੱਚ ਉਹ ਆ ਜਾਣਾ ਚਾਹੀਦਾ ਜਿਹੜਾ ਆਪਾਂ ਪਹਿਲੇ ਲੈਕਚਰ ਸੈਕੰਡ ਲੈਕਚਰ 'ਚ ਕੀਤਾ ਸੀ। ਸੈਕੰਡ ਲੈਕਚਰ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਵੀ ਈਚ ਉਹਦਾ ਸ਼ੇਅਰ ਸੈਲਰੀ, ਠੀਕ ਹੈ, ਟੋਟਲ ਡਿਵਾਈਡ ਕਰਕੇ ਮਲਟੀਪਲਾਈ ਕਰਕੇ ਆਪਾਂ ਆਨਸਰ ਕੱਢਦੇ ਹੁੰਦੇ ਸੀ। ਉਵੇਂ ਸਿਮਿਲਰਲੀ ਹੁਣ ਆਪਣੇ ਕੋਲੇ ਕੀ ਹੈ, ਉਹ ਤਾਂ ਆਪਾਂ ਕੱਢ ਲਿਆ ਵੀ ਈਚ ਦੇ ਆਪਾਂ ਸ਼ੇਅਰ ਕੱਢ ਲਿਆ ਵੀ ਈਚ ਦਾ ਸ਼ੇਅਰ ਇੰਨਾ ਹੈ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਣੇ ਕੋਲੇ ਕੀ ਹੈ, ਕਹਿੰਦੇ 8 ਮੇਲ ਹੈ, 12 ਫੀਮੇਲ ਹੈ ਤੇ 15 ਚਿਲਡਰਨ। ਮੇਲ ਕਿੰਨੇ 8, ਮੇਲ ਕਿੰਨੇ 8। ਇੱਥੇ ਆਪਾਂ ਲਿਖਣਾ ਹੈ ਨੰਬਰ ਆਫ ਮੇਲ ਚਿਲਡਰਨ ਤੇ ਫੀਮੇਲ। ਮੇਲ ਕਿੰਨੇ 8 ਹੈ ਆਪਣੇ ਕੋਲੇ, ਫੀਮੇਲ ਹੈਗੀਆਂ 12, ਫੀਮੇਲ ਹੈਗੀਆਂ 12, ਠੀਕ ਹੈ। ਮੇਲ ਦੇ ਨੀਚੇ ਮੇਲ, ਫੀਮੇਲ ਦੇ ਨੀਚੇ ਫੀਮੇਲ, ਚਿਲਡਰਨ ਦੇ ਨੀਚੇ ਚਿਲਡਰਨ। ਤੇ ਚਿਲਡਰਨ ਕਿੰਨੇ ਆਪਣੇ 15, ਬੱਚੇ ਹੈਗੇ 15, ਠੀਕ ਹੈ। ਹੁਣ ਮੇਲ ਆ ਗਿਆ, ਮੇਲ ਦੇ ਆਪਣੇ ਕੋਲੇ ਇੱਕ ਦਾ ਸ਼ੇਅਰ ਆ ਗਿਆ, ਮੇਲ ਕਿੰਨੇ ਆ ਉਹ ਆਪਾਂ ਨੂੰ ਪਤਾ ਲੱਗ ਗਿਆ। ਤਾਂ ਦੈਟ ਮੀਨਸ ਆਪਾਂ ਪਹਿਲੇ ਕੀਤਾ ਹੋਇਆ ਉਹਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਵੀ ਜਦੋਂ ਈਚ ਦੇ ਸ਼ੇਅਰ ਨੂੰ ਆਪਾਂ ਮਲਟੀਪਲਾਈ ਕਰਾਂਗੇ ਕਿਹਦੇ ਨਾਲ, ਨੰਬਰ ਆਫ ਮੇਲ ਫੀਮੇਲ ਚਿਲਡਰਨ ਦੇ ਨਾਲ, ਜਾਂ ਨੰਬਰ ਆਫ ਇੰਪਲੋਈਜ਼ ਨਾਲ ਕਰਦੇ ਹੁੰਦੇ ਸੀ, ਤਾਂ ਉਹ ਕੀ ਆਉਂਦਾ ਟੋਟਲ ਦਾ ਸ਼ੇਅਰ। ਵੀ ਮੰਨ ਲਓ ਇੱਕ ਬੰਦੇ ਨੂੰ 100 ਰੁਪਏ ਸੈਲਰੀ ਮਿਲ ਰਹੀ ਹੈ, ਇੱਕ ਬੰਦੇ ਨੂੰ 100 ਰੁਪਏ ਮਿਲ ਰਿਹਾ, ਇਹੋ ਜਿਹੇ 5 ਬੰਦੇ ਆ ਤਾਂ ਟੋਟਲ ਕਿੰਨਾ ਮਿਲ ਰਿਹਾ 500 ਰੁਪਏ ਮਿਲ ਰਿਹਾ। ਉਹੀ ਚੀਜ਼ ਆਪਾਂ ਇਹ 'ਚ ਕਰਨੀ ਹੈ ਵੀ ਆਪਾਂ ਨੂੰ ਕੀ ਦਿੱਤਾ ਹੈ ਵੀ ਮੇਲ ਈਚ ਮੇਲ ਦਾ ਸ਼ੇਅਰ ਇੰਨਾ ਹੈ, ਮੇਲ ਕਿੰਨੇ 8, ਠੀਕ ਹੈ। ਹੁਣ ਕੱਟੇ ਤੇ ਜਾ ਨਹੀਂ ਰਹੇ ਕਿਤੇ, ਤਾਂ ਸਿੱਧਾ ਇਹਨੂੰ ਆਪਾਂ ਐਵੇਂ ਹੀ ਐਜ਼ ਇਟ ਇਜ਼ ਮਲਟੀਪਲਾਈ ਕਰਕੇ ਲਿਖਾਂਗੇ। ਤਾਂ 8 × 5 8 5 ਕਿੰਨਾ ਹੋ ਗਿਆ 40 ਹੋ ਗਿਆ, ਇਹ ਕਿੰਨਾ ਹੋ ਗਿਆ 30 ਹੋ ਗਿਆ, ਤੇ ਆਹ ਕਿੰਨਾ ਹੋ ਗਿਆ 12 × 3 36 ਹੋ ਗਿਆ। ਹੁਣ ਕੱਟਿਆ ਜਾ ਰਿਹਾ, ਹਾਂਜੀ ਕੱਟਿਆ ਜਾ ਰਿਹਾ, ਕੱਟੋ ਕਿੰਨੇ ਤੇ ਗਿਆ, ਆ ਗਿਆ 20 ਤੇ, ਆ ਗਿਆ 15 ਤੇ, ਆ ਗਿਆ 18 ਤੇ। ਇਹ ਹੋਰ ਕਿਸੇ ਟੇਬਲ ਤੇ ਤਾਂ ਨਹੀਂ ਜਾ ਰਹੇ, ਦੈਟ ਮੀਨਸ ਆਪਣੀ ਰੇਸ਼ੋ ਕਿਹਦੀ ਆ ਗਈ ਟੋਟਲ, ਵੀ ਟੋਟਲ ਸ਼ੇਅਰ ਕਿੰਨਾ ਮਿਲ ਰਿਹਾ, ਠੀਕ ਹੈ, ਮੇਲ ਨੂੰ, ਚਿਲਡਰਨ ਨੂੰ ਤੇ ਫੀਮੇਲ, ਠੀਕ ਹੈ। ਇਹ ਆਪਣੇ ਕੋਲੇ ਆ ਗਿਆ ਟੋਟਲ ਸ਼ੇਅਰ। ਹੁਣ ਆਪਾਂ ਕੱਢਣਾ ਕਿਹਦਾ ਈਚ ਮੇਲ ਦਾ, ਤਾਂ ਆਪਾਂ ਪਹਿਲਾਂ ਸਾਰੇ ਮੇਲ ਦਾ ਤਾਂ ਕੱਢ ਲਈਏ ਵੀ ਸਾਰੇ ਮੇਲ ਨੂੰ ਇੰਨਾ ਮਿਲ ਰਿਹਾ, ਤਾਂ ਸਾਰੇ ਮੇਲ ਨੂੰ ਮਿਲ ਰਿਹਾ 20, ਠੀਕ ਹੈ। ਉਹ 20 ਡਿਵਾਈਡਡ ਬਾਈ ਟੋਟਲ ਕਿੰਨਾ ਇੱਥੇ 20 ਤੇ 35 35 ਤੇ 8 ਕਿੰਨਾ ਹੋ ਗਿਆ ਆਪਣਾ 43 ਤੇ 10 53 ਮਿਲ ਰਿਹਾ, ਠੀਕ ਹੈ। 20 ਤੇ 15 ਕਿੰਨਾ ਹੋ ਗਿਆ 35 ਹੋ ਗਿਆ, 35 ਤੇ 10 ਕਿੰਨਾ ਹੋ ਗਿਆ 45 ਹੋ ਗਿਆ, 45 ਤੇ 8 ਕਿੰਨਾ ਹੋ ਗਿਆ 53 ਹੋ ਗਿਆ। ਤਾਂ ਦੈਟ ਮੀਨਸ ਜਿਹੜਾ ਮੇਲਸ ਦਾ ਸ਼ੇਅਰ ਹੈ ਟੋਟਲ ਮੇਲ ਦਾ, ਉਹ ਟੋਟਲ 53 ਦੇ ਵਿੱਚੋਂ ਆਪਣਾ ਕਿੰਨਾ ਹੈ 20 ਹੈ, ਟੋਟਲ 53 ਦੇ ਵਿੱਚੋਂ ਕਿੰਨਾ ਹੈ 20। ਹੁਣ ਆਪਾਂ ਨੂੰ ਕੀ ਕੱਢਣ ਨੂੰ ਕਿਹਾ ਹੈ, ਕਹਿੰਦੇ ਈਚ ਮੇਲ ਦਾ ਕੱਢਣਾ ਹੈ, ਤੇ ਆਪਾਂ ਨੂੰ ਟੋਟਲ ਦਿੱਤਾ ਕਿੰਨਾ 63600। ਤਾਂ ਪਹਿਲਾਂ ਸਾਰੇ ਮੇਲ ਦਾ ਕਿੰਨਾ ਸ਼ੇਅਰ ਆ ਗਿਆ 20/53 × 63600, ਠੀਕ ਹੈ। ਹੁਣ ਦੇਖੋ ਇਹਨੂੰ ਆਪਾਂ ਮਲਟੀਪਲਾਈ ਕਰਕੇ ਦੇਖੀਏ ਕਿੰਨੇ ਤੇ ਜਾਏਗਾ ਇਹ 12 530, ਤਾਂ 12 ਤੇ ਜਾਏਗਾ ਅਪਰੋਕਸੀਮੇਟ 12 ਤੇ 36 12 ਹਾਂ, ਠੀਕ ਹੈ। ਆ ਕਿੰਨਾ ਹੈਗਾ ਸਿੱਧਾ 12 ਤੇ ਗਿਆ, ਤਾਂ ਆ ਗਿਆ 1200, ਤਾਂ ਟੋਟਲ ਕਿੰਨਾ ਆ ਗਿਆ 24000। ਹੁਣ 24000 ਕੀ ਆਇਆ 24000 ਆਪਣੇ ਸਾਰੇ ਮੇਲ ਦਾ ਸ਼ੇਅਰ ਆ ਗਿਆ, ਵੀ ਸਾਰੇ ਮੇਲਸ ਜਿੰਨੇ ਹੈਗੇ ਉਹਨਾਂ ਨੂੰ ਮਿਲਾ ਕੇ 24000 ਰੁਪਏ ਮਿਲ ਰਹੇ। ਤਾਂ ਮੇਲ ਹੈ ਕਿੰਨੇ ਟੋਟਲ ਆਪਾਂ ਕੀਤੇ ਆ 8 ਹੈ, ਤਾਂ ਮੇਲ ਕਿੰਨੇ ਆ ਡਿਵਾਈਡਡ ਬਾਈ 8 ਕਰ ਦਾਂਗੇ, ਤਾਂ ਇੱਕ ਮੇਲ ਨੂੰ ਕਿੰਨਾ ਮਿਲ ਰਿਹਾ 3000 ਰੁਪਏ ਆਪਣਾ ਆਨਸਰ ਆ ਗਿਆ। ਦੈਟ ਮੀਨਸ ਆਪਸ਼ਨ D is your correct option, ₹3000 is the share of each male, ਠੀਕ ਹੈ। ਦੈਟ ਮੀਨਸ ਇੱਕ ਮੇਲ ਦਾ ਸ਼ੇਅਰ ਆਪਣਾ ਕਿੰਨਾ ਹੈ 3000 ਰੁਪਏ ਆਪਣੇ ਕੋਲੇ ਆ ਚੁੱਕੇ। ਹੁਣ ਨੈਕਸਟ ਕੁਐਸਚਨ ਦੇ ਵਿੱਚ ਕੀ ਦਿੱਤਾ ਹੈ, ਨੈਕਸਟ ਕੁਐਸਚਨ ਹੈ ਬੋਲੇ ਅਮਾਊਂਟ ਆਫ ਇੰਨੀ 41200 ਆਪਾਂ ਡਿਸਟ੍ਰੀਬਿਊਟ ਕੀਤੀ ਹੈ 6 ਮੇਲ 8 ਫੀਮੇਲ ਤੇ ਇੰਨੇ ਚਿਲਡਰਨ ਦੇ ਵਿੱਚ। ਹੁਣ ਉਸੇ ਦੇ ਵਿੱਚ ਕੀ ਹੈ ਮੋਡੀਫਿਕੇਸ਼ਨ ਹੈ ਥੋੜੀ ਕੁਐਸਚਨ ਦੇ ਵਿੱਚ, ਉੱਥੇ ਆਪਾਂ ਨੂੰ ਸਿੱਧੀ ਰੇਸ਼ੋ ਦਿੱਤੀ ਸੀ, ਹੁਣ ਇੱਥੇ ਆਪਾਂ ਨੂੰ ਕੱਢਣੀ ਪੈਣੀ ਹੈ। ਹੁਣ ਕੀ ਹੈ ਕਹਿੰਦੇ ਅਮਾਊਂਟ ਆਫ 41200 is distributed among 6 male 8 female and 12 children। 6 ਮੇਲ ਹੈ
8 ਫੀਮੇਲ ਹੈ ਤੇ 12 ਚਿਲਡਰਨ ਆ ਆਪਣੇ ਕੋਲੇ ਗਿਵਨ ਹੈ। ਹੁਣ ਕੀ ਹੈ, ਕਹਿੰਦੇ ਇਸ ਹਿਸਾਬ ਨਾਲ ਵੰਡੇ ਗਏ ਆ ਵੀ 2 ਮੇਲ ਦਾ ਸ਼ੇਅਰ 3 ਫੀਮੇਲ ਦੇ ਸ਼ੇਅਰ ਦੇ ਬਰਾਬਰ ਹੈ। 2 ਮੇਲ ਦਾ ਸ਼ੇਅਰ 3 ਫੀਮੇਲ ਦੇ ਸ਼ੇਅਰ ਦੇ ਬਰਾਬਰ ਹੈ। ਤੇ ਹੁਣ ਕੀ ਹੈ, 1 ਮੇਲ ਦਾ ਸ਼ੇਅਰ 5 ਚਿਲਡਰਨ ਦੇ ਬਰਾਬਰ ਹੈ। ਉੱਥੇ ਆਪਾਂ ਨੂੰ ਦਿੱਤਾ ਸੀ ਮੇਲ ਤੇ ਫੀਮੇਲ ਦਾ, ਫਿਰ ਫੀਮੇਲ ਤੇ ਚਿਲਡਰਨ ਦਾ। ਇੱਥੇ ਕੀ ਹੈ, ਮੇਲ ਤੇ ਫੀਮੇਲ ਦਾ ਤੇ ਮੇਲ ਤੇ ਚਿਲਡਰਨ ਦਾ ਦੋਨਾਂ ਦਿੱਤਾ। ਆਪਾਂ ਨੇ ਕੀ ਹੈ, ਰੇਸ਼ੋ ਕੱਢਣੀ ਈਜ਼ੀਲੀ ਨਿਕਲ ਆਊਗੀ। ਹੁਣ ਇੱਥੇ ਮੇਲ ਤੇ ਫੀਮੇਲ ਕੀ ਹੈ, 3:2 ਤੇ ਇੱਥੇ ਮੇਲ ਤੇ ਚਿਲਡਰਨ ਕਿੰਨਾ ਆ ਗਿਆ, 5:1। ਤਾਂ ਮੈਂ ਤੁਹਾਨੂੰ ਕੀ ਦੱਸਿਆ ਵੀ ਜਦੋਂ ਇਸ ਟਾਈਪ ਦੀ ਰੇਸ਼ੋ ਕੱਢਣੀ ਹੋਵੇ ਤਾਂ ਇੱਥੇ ਜਿਹੜਾ ਨੰਬਰ ਆ ਉਹ ਸੇਮ ਹੋਣਾ ਚਾਹੀਦਾ। ਤਾਂ ਇਹਨੂੰ ਆਪਾਂ ਉਲਟਾ ਕਰ ਦਾਂਗੇ। ਇੱਥੇ ਕੀ ਹੈ, ਫੀਮੇਲ ਤੇ ਮੇਲ ਦੀ ਕਿੰਨੀ ਆ ਗਈ, 2:3। ਦੈਟ ਮੀਨਸ ਜਦੋਂ ਆਪਾਂ ਹੁਣ ਇਹਨਾਂ ਦੀ ਕੰਬਾਈਨਡ ਰੇਸ਼ੋ ਕੱਢਣੀ ਹੈ ਤਾਂ ਇੱਥੇ ਮੇਲ ਹੈ ਤਾਂ ਇੱਥੇ ਸਟਾਰਟਿੰਗ 'ਚ ਮੇਲ ਹੈ। ਓਕੇ, ਹੁਣ ਦੇਖੋ ਫੀਮੇਲ ਤੇ ਮੇਲ ਕਿੰਨੀ ਰੇਸ਼ੋ ਹੈ, 2:3। 2:3 ਆ ਗਈ। ਹੁਣ ਉਸ ਤੋਂ ਬਾਅਦ ਮੇਲ ਤੇ ਚਿਲਡਰਨ ਦੀ ਕਿੰਨੀ ਹੈ, 5:1। ਓਕੇ, ਇਹਨੂੰ ਐ ਕਰਕੇ ਲਿਖਾਂਗੇ, 5 ਦੂਣੀ 10, 5 ਤੇ 15 ਤੇ 3 ਏਕਮ 3। ਆਪਣੇ ਕੋਲੇ ਆ ਗਈ। ਤਾਂ ਕਿਹਦੀ ਆ ਗਈ ਰੇਸ਼ੋ, ਫੀਮੇਲ ਦੀ, ਮੇਲ ਦੀ ਤੇ ਚਿਲਡਰਨ। ਠੀਕ ਹੈ, ਆਪਣੇ ਕੋਲੇ ਕੀ ਆ ਗਈ, ਫੀਮੇਲ ਦੀ, ਮੇਲ ਦੀ ਤੇ ਚਿਲਡਰਨ ਦੀ ਰੇਸ਼ੋ ਆ ਗਈ। ਬਹੁਤ ਹੀ ਇੰਪੋਰਟੈਂਟ ਕੁਐਸਚਨਸ ਹੈ, ਐਗਜ਼ਾਮ ਦੇ ਵਿੱਚ ਅਕਸਰ ਇਹ ਆਉਂਦੇ ਆ। ਠੀਕ ਹੈ, ਤਾਂ ਪਲੀਜ਼ ਬੜੇ ਧਿਆਨ ਨਾਲ ਦੇਖਣੇ ਕੁਐਸਚਨ, ਤੇ ਕੁਝ ਔਖਾ ਵੀ ਨਹੀਂ ਹੈਗਾ ਇਹਦੇ ਵਿੱਚ। ਕੰਸੈਪਟ ਉਹੀ ਹੈ ਜਿਹੜੇ ਪਹਿਲਾਂ ਆਪਾਂ ਪੜ੍ਹਦੇ ਆ। ਹੁਣ ਦੇਖੋ ਆ ਆਪਣੇ ਕੋਲੇ ਆ ਗਈ ਫੀਮੇਲ ਮੇਲ ਤੇ ਚਿਲਡਰਨ ਦੀ ਰੇਸ਼ੋ ਕਿੰਨੀ ਆ ਗਈ, 10 15 3। 10 15 3 ਆ ਗਈ ਆਪਣੇ ਕੋਲੇ ਸ਼ੇਅਰ ਆਫ ਈਚ ਮੇਲ, ਈਚ ਫੀਮੇਲ ਐਂਡ ਈਚ ਚਿਲਡਰਨ। ਹੁਣ ਉਸ ਤੋਂ ਬਾਅਦ ਦੇਖੋ 10 15 3, 10 15 3 ਆਪਣੇ ਕੋਲੇ ਕਿਹਦੀ ਆਈ, ਫੀਮੇਲ ਮੇਲ ਤੇ ਚਿਲਡਰਨ। ਫੀਮੇਲ ਮੇਲ ਤੇ ਚਿਲਡਰਨ ਦੀ ਰੇਸ਼ੋ ਕਿੰਨੀ ਆ ਗਈ, 10:15:3। ਇਹ ਕੀ ਆ ਗਈ, ਈਚ ਦੇ ਸ਼ੇਅਰ ਦੀ, ਈਚ ਸ਼ੇਅਰ ਦੀ ਰੇਸ਼ੋ ਕਿੰਨੀ ਆ ਗਈ, 10:15:3 ਆ ਗਈ। ਹੁਣ ਦੇਖੋ ਆਪਣੇ ਕੋਲੇ ਨੰਬਰ ਆਫ ਮੇਲ ਫੀਮੇਲ ਆਪਾਂ ਨੂੰ ਪਤਾ ਹੈ, ਤਾਂ ਮੇਲ ਹੈਗੇ 6, ਤਾਂ ਜਿੱਥੇ ਮੇਲ ਆ ਉਹਦੇ ਨੀਚੇ 6 ਲਿਖਣਾ ਹੈ। ਠੀਕ ਹੈ, ਫਿਰ ਉਸ ਤੋਂ ਬਾਅਦ ਫੀਮੇਲ ਹੈਗੀਆਂ 8, ਤਾਂ ਜਿੱਥੇ ਫੀਮੇਲ ਆ ਉਹਦੇ ਨੀਚੇ ਫੀਮੇਲ, ਇੱਥੇ 8। ਤੇ ਚਿਲਡਰਨ ਕਿੰਨੇ ਆ, 12। ਤੇ ਚਿਲਡਰਨ ਕਿੰਨੇ ਆ, 12। ਤਾਂ ਰੇਸ਼ੋ ਪਹਿਲਾਂ ਹੀ ਕੱਟ ਦੋ, ਆ 4 ਤੇ ਗਿਆ, ਆ 3 ਤੇ ਗਿਆ, ਆਹ 6 ਤੇ। ਤਾਂ ਆਪਣੀ ਰੇਸ਼ੋ ਆ ਗਈ ਨੰਬਰ ਐਂ ਸੇਮ ਫੀਮੇਲ ਮੇਲ ਤੇ ਚਿਲਡਰਨ। ਹੁਣ ਆ ਕਿੰਨਾ ਆ ਗਿਆ, 10 × 4 40, 15 × 3 45 ਤੇ 12 × 3 ਸੌਰੀ 6 × 3 18। 10 × 4 is 40, 15 × 3 is 45, 6 × 3 is 18। That means you got the ratio 40:45:18। ਹੁਣ ਇਹ ਦੇਖੋ ਕਿਸੇ ਦੇ ਕੱਟਿਆ ਜਾ ਰਿਹਾ, ਨਹੀਂ ਕੱਟਿਆ ਜਾ ਰਿਹਾ, that means ਆਪਣੀ ਇਹ ਰੇਸ਼ੋ ਆ ਗਈ ਕਿਹਦੀ, ਟੋਟਲ, ਵੀ ਟੋਟਲ ਫੀਮੇਲ ਮੇਲ ਤੇ ਚਿਲਡਰਨ ਨੂੰ ਕਿੰਨਾ ਸ਼ੇਅਰ ਮਿਲ ਰਿਹਾ, ਵੀ ਸਾਰਿਆਂ ਨੂੰ ਮਿਲਾ ਕੇ। ਹੁਣ ਦੇਖੋ ਆਪਾਂ ਨੂੰ ਕੱਢਣ ਨੂੰ ਕਿਹਦਾ ਕਿਹਾ, ਈਚ ਮੇਲ ਦਾ। ਤਾਂ ਪਹਿਲਾਂ ਆਪਾਂ ਨੂੰ ਸਾਰੇ ਮੇਲ ਦਾ ਤਾਂ ਪਤਾ ਹੋਣਾ ਚਾਹੀਦਾ। ਹੁਣ ਮੇਲ ਕਿਹੜੇ ਆ, ਵਿਚਾਰੇ ਬੈਠੇ ਵਿਚਾਰੇ, ਆ 45 ਕੀ ਹੈ, ਮੇਲਸ ਹੈ। ਤੇ ਟੋਟਲ ਕਿੰਨਾ ਹੈ, ਆ ਕਿੰਨਾ ਹੋਇਆ, 40 40 80 ਤੇ 5 85, 85 ਤੇ 8 ਕਿੰਨਾ ਹੋ ਗਿਆ, 93 ਤੇ ਆ ਕਿੰਨਾ ਹੋ ਗਿਆ, 103। ਤਾਂ ਟੋਟਲ ਕਿੰਨਾ ਹੋ ਗਿਆ, 103। ਦੈਟ ਮੀਨਸ ਸਾਰੇ ਮੇਲ ਦਾ ਟੋਟਲ 103 ਸ਼ੇਅਰ ਚੋਂ 45 ਹੈ। ਓਕੇ, ਤੇ ਆਪਾਂ ਨੂੰ ਦਿੱਤੀ ਕਿੰਨੀ ਹੈ ਵੈਲਿਊ, 23,600 ਪਹੁੰਚ ਗਏ ਅੱਗੇ ਆਪਾਂ, ਕਿੰਨੀ ਦਿੱਤੀ ਹੈ, 41,200। ਠੀਕ ਹੈ, ਇਨਟੂ ਕੀ ਕਰ ਦਾਂਗੇ, 41,200। ਤਾਂ ਹੁਣ ਦੇਖੋ ਇਹ ਤੁਹਾਨੂੰ ਪਤਾ ਲੱਗ ਰਿਹਾ 4 ਹੈ ਤਾਂ 4 ਤੇ ਜਾਊਗਾ, ਆ ਕਿੰਨੇ ਦੇਗਾ, 400 ਤੇ, ਤਾਂ ਕਿੰਨਾ ਹੋ ਗਿਆ, 90, 18,000। ਤਾਂ 18,000 ਕੀ ਹੈ ਆਪਣਾ, 18,000 ਇਜ਼ ਸਾਰੇ ਮੇਲ ਦਾ ਸ਼ੇਅਰ। ਹੁਣ ਮੇਲ ਹੈ ਕਿੰਨੇ ਵਿਚਾਰੇ, 6। ਮੇਲ ਹੈ ਕਿੰਨੇ, 6। ਸਾਰੇ ਮੇਲ ਨੂੰ 18,000 ਮਿਲ ਰਿਹਾ, ਤੇ 6 ਇੱਕ ਮੇਲ ਨੂੰ ਕਿੰਨਾ ਮਿਲੂਗਾ, ਡਿਵਾਈਡਡ ਬਾਈ 6। ਦੈਟ ਮੀਨਸ 3,000 ਰੁਪਏ ਇੱਕ ਮੇਲ ਨੂੰ ਸ਼ੇਅਰ ਮਿਲ ਰਿਹਾ। ਓਕੇ ਸਟੂਡੈਂਟਸ, ਤਾਂ ਇੱਕ ਮੇਲ ਦਾ ਸ਼ੇਅਰ ਕਿੰਨਾ ਆ ਗਿਆ, 33,000। ਆਪਸ਼ਨ ਏ ਇਜ਼ ਯੋਰ ਕਰੈਕਟ ਆਪਸ਼ਨ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਸੋ ਪਲੀਜ਼ ਬੜੇ ਧਿਆਨ ਨਾਲ ਦੇਖਣੇ ਹੈ, ਸੋਲਵ ਕਰਨੇ ਹੈ, ਨਾਲ ਨਾਲ ਪ੍ਰੈਕਟਿਸ ਕਰਦੇ ਜਾਣਾ ਜਿਹੜੀ ਸ਼ੀਟਸ ਕਰਾਂਗੇ। ਓਕੇ, ਹੁਣ ਕੀ ਹੈ, ਬੱਲੇ ਇੱਕ ਆਪਾਂ ਅਮਾਊਂਟ ਲੈ ਲਈ 23,680, ਉਹਨੂੰ ਡਿਸਟ੍ਰੀਬਿਊਟ ਕਰਤਾ 8 ਮੇਲ ਹੈ,
10 ਫੀਮੇਲ ਹੈ ਤੇ 12 ਚਿਲਡਰਨ ਹੈ। ਇਹਨਾਂ ਦੇ ਵਿੱਚ ਆਪਾਂ ਵੰਡਦੇ ਆ ਪੈਸੇ। ਓਕੇ, ਫਿਰ ਕਹਿੰਦੇ ਸੱਚ ਦਾ ਸ਼ੇਅਰ ਆਫ ਈਚ ਮੇਲ ਇਜ਼ 25% ਮੋਰ ਦੈਨ ਈਚ ਫੀਮੇਲ। ਇੱਕ ਮੇਲ ਦਾ ਇੱਕ ਫੀਮੇਲ ਤੋਂ ਕਿੰਨਾ ਹੈ, 25% ਜ਼ਿਆਦਾ ਹੈ। ਤਾਂ ਮੈਂ ਤੁਹਾਨੂੰ ਦੱਸਿਆ ਪਿੱਛੇ ਕਿਹੜੀ ਹੈ, ਫੀਮੇਲ ਹੈ, ਮਤਲਬ ਪਿੱਛੇ ਲਾਈਨ ਦੇ ਵਿੱਚ ਕੀ ਹੈ, ਫੀਮੇਲ ਲਿਖਿਆ ਹੋਇਆ। ਤਾਂ ਪਿੱਛੇ ਵਾਲੇ ਨਾਲ ਕੰਪੇਅਰ ਕਰਦੇ ਹਾਂ, ਜੇ ਪਿੱਛੇ ਵਾਲੀ ਦੀ 100 ਹੈ ਤਾਂ ਇਹਦਾ ਕਿੰਨਾ ਹੋਊ, 25% ਮੋਰ, ਦੈਟ ਮੀਨਸ ਇਹਦਾ 125 ਹੋਊਗਾ। ਉਸ ਤੋਂ ਬਾਅਦ ਕੀ ਕਿਹਾ, ਕਹਿੰਦੇ ਸ਼ੇਅਰ ਆਫ ਈਚ ਫੀਮੇਲ, ਇੱਕ ਫੀਮੇਲ ਦਾ ਈਚ ਚਾਈਲਡ ਤੋਂ ਕਿੰਨਾ ਹੈ, 25% ਜ਼ਿਆਦਾ। ਦੈਟ ਮੀਨਸ ਬਾਅਦ 'ਚ ਕਿਹੜਾ ਚਾਈਲਡ ਦੇ ਚਾਈਲਡ ਦਾ 100 ਹੈ ਤਾਂ ਇਹਦਾ ਕਿੰਨਾ ਹੋਊ, 25% ਜ਼ਿਆਦਾ, ਦੈਟ ਮੀਨਸ 125 ਹੋਊ। ਠੀਕ ਹੈ, ਇਹਦਾ ਕਿੰਨਾ ਸੀ, ਪਹਿਲਾਂ ਆਪਾਂ ਮੇਲ ਤੇ ਫੀਮੇਲ ਦਾ ਕੱਢਿਆ 100 125, ਹੁਣ ਫੀਮੇਲ ਤੇ ਚਿਲਡਰਨ ਦਾ 100 125। ਠੀਕ ਹੈ, ਆ 5 ਦੇ 25 ਦੀ ਟੇਬਲ ਤੇ ਗਿਆ, 25 ਚੌਕਾ 100, 25 5 125, ਆ ਵੀ 25 5 125, 25 ਚੌਕਾ 100। ਦੈਟ ਮੀਨਸ ਆ ਗਈ ਤੁਹਾਡੀ ਰੇਸ਼ੋਜ਼ ਆ ਗਈ। ਓਕੇ, ਹੁਣ ਆ ਫੀਮੇਲ ਤੇ ਫੀਮੇਲ ਸੇਮ ਹੀ, ਆਪਾਂ ਨੂੰ ਕੁਝ ਕਰਨ ਦੀ ਲੋੜ ਹੀ ਨਹੀਂ, ਤਾਂ ਸਿੱਧਾ ਆਪਾਂ ਆ ਮੈਥਡ ਲਾ ਕੇ ਕਰਾਂਗੇ। 5 × 5 ਇਜ਼ 25, 4 × 5 ਕਿੰਨਾ ਆ ਗਿਆ 20, ਤੇ 4 × 4 ਕਿੰਨਾ ਹੋ ਗਿਆ 16। ਹੁਣ ਆਪਣੇ ਕੋਲੇ ਰੇਸ਼ੋ ਆ ਗਈ 25 20 16, ਕਿਹਦੀ, ਮੇਲ ਫੀਮੇਲ ਤੇ ਚਿਲਡਰਨ ਦੇ ਸ਼ੇਅਰ ਦੀ ਰੇਸ਼ੋ ਆ ਗਈ ਆਪਣੇ ਕੋਲੇ 25 20 ਤੇ 16। ਹੁਣ ਦੇਖੋ ਆਪਾਂ ਕੱਢਣਾ ਕੀ ਹੈ, ਈਚ ਫੀਮੇਲ ਦਾ ਸ਼ੇਅਰ ਕੱਢਣਾ। ਕੀ ਕੱਢਣਾ, ਈਚ ਫੀਮੇਲ ਦਾ ਸ਼ੇਅਰ। ਹੁਣ ਦੇਖੋ ਆਪਣੇ ਕੋਲੇ ਰੇਸ਼ੋ ਆ ਗਈ 25 20 16, 25 20 ਤੇ 16। 25 20 16 ਵਿੱਚ ਕੀ ਆਈ ਆਪਣੇ ਕੋਲੇ ਰੇਸ਼ੋ ਈਚ ਦੇ ਸ਼ੇਅਰ ਦੀ, ਵੀ ਕਿੰਨਾ ਇੱਕ ਮੇਲ ਨੂੰ ਮਿਲ ਰਿਹਾ, ਕਿੰਨਾ ਇੱਕ ਫੀਮੇਲ ਨੂੰ ਮਿਲ ਰਿਹਾ, ਕਿੰਨਾ ਇੱਕ ਚਿਲਡਰਨ ਨੂੰ ਮਿਲ ਰਿਹਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਨੰਬਰ ਆਫ ਮੇਲ ਫੀਮੇਲ ਚਿਲਡਰਨ ਪਤਾ ਹੈ ਕਿੰਨੇ ਆ, 8 10 12। ਤਾਂ ਇੱਥੇ ਪਹਿਲੇ ਕੱਟ ਦੋ, 2 ਦੇ ਟੇਬਲ 4 ਤੇ ਗਾ, 2 ਦੇ ਟੇਬਲ 5 ਤੇ ਗਾ, 2 ਦੇ ਟੇਬਲ ਤੇ 6 ਤੇ ਗਾ। ਦੈਟ ਮੀਨਸ ਆਪਣੇ ਕੋਲੇ ਰੇਸ਼ੋ ਕਿੰਨੀ ਆਊਗੀ ਨੰਬਰ ਦੀ, 4 5 6। ਕਿੰਨੀ ਆ ਗਈ, 4 5 6। ਆਪਾਂ ਰੇਸ਼ੋ 'ਚ ਪਾ ਕੇ ਕੱਟਾਂਗੇ, ਉਸ ਤੋਂ ਪਹਿਲਾਂ ਆਪਾਂ ਸਿੱਧਾ ਹੀ ਕੱਟ ਦੇਖ ਲਿਆ ਵੀ 2 ਤੇ ਸਾਰੇ ਡਿਵੀਜ਼ੀਬਲ ਹੈ, ਤੇ ਰੇਸ਼ੋ ਕਿੰਨੀ ਆ ਗਈ 4 5 6। ਆ ਗਈ ਨੰਬਰ ਦੀ ਰੇਸ਼ੋ, ਨੰਬਰ ਆਫ ਮੇਲ ਫੀਮੇਲ ਚਿਲਡਰਨ ਕਿੰਨੇ। ਹੁਣ ਇੱਕ ਦਾ ਸ਼ੇਅਰ ਪਤਾ ਹੈ, ਠੀਕ ਹੈ, ਵੀ ਇੱਕ ਬੰਦੇ ਨੂੰ 25 ਰੁਪਏ ਮਿਲ ਰਹੇ ਹੈ ਤੇ ਬੰਦੇ ਕਿੰਨੇ, 4, ਤਾਂ ਟੋਟਲ ਕਿੰਨਾ ਮਿਲੂਗਾ 100। ਐਂ 20 ਪਾ ਜਾਏ ਕਿੰਨਾ ਹੋਊ 100, ਤਾਂ ਕਿੰਨਾ ਹੋ ਗਿਆ 6 36 6 7 9 96। ਠੀਕ ਹੈ, ਓਕੇ, ਤਾਂ ਆਪਣੇ ਕੋਲੇ ਆ ਗਿਆ। ਹੁਣ ਕੱਟੋ ਕਿੰਨਾ ਕੱਟਿਆ ਜਾਂਦਾ, ਆ ਗਿਆ 50 ਤੇ, ਆ ਗਿਆ 50 ਤੇ, ਆ ਗਿਆ 48 ਤੇ, ਆ ਗਿਆ 24 ਤੇ, ਆ ਗਿਆ 25 ਤੇ, ਆ ਗਿਆ 25 ਤੇ। ਦੈਟ ਮੀਨਸ ਆਪਣੇ ਕੋਲੇ ਜਿਹੜੀ ਰੇਸ਼ੋ ਆਈ ਉਹ ਕਿੰਨੀ ਆਈ, 25 ਰੇਸ਼ੋ 25 ਰੇਸ਼ੋ 24। ਇਹ ਆਪਣੇ ਕੋਲੇ ਕੀ ਆ ਗਈ ਵੀ ਸਾਰੇ ਮੇਲ ਸਾਰੇ ਫੀਮੇਲ ਤੇ ਸਾਰੇ ਚਿਲਡਰਨ ਨੂੰ ਟੋਟਲ ਕਿੰਨਾ ਪੈਸਾ ਮਿਲ ਰਿਹਾ, ਕਿੰਨਾ ਸ਼ੇਅਰ ਮਿਲ ਰਿਹਾ। ਹੁਣ ਆਪਾਂ ਨੂੰ ਕੱਢਣ ਨੂੰ ਕਿਹਾ ਇੱਕ ਫੀਮੇਲ ਦਾ, ਤਾਂ ਫੀਮੇਲ ਕਿੱਥੇ ਹੈ, ਆਹ ਸੇ ਵਿਚਾਲੇ, ਤਾਂ ਫੀਮੇਲ ਕਿੰਨਾ 25 ਸ਼ੇਅਰ ਹੈ। ਠੀਕ ਹੈ, ਤੇ ਟੋਟਲ ਹੈ ਕਿੰਨਾ 74। ਠੀਕ ਹੈ, ਟੋਟਲ ਕਿੰਨਾ 74, ਤੇ ਆਪਾਂ ਨੂੰ ਵੈਲਿਊ ਕਿੰਨੀ ਦਿੱਤੀ ਵੀ ਹੈ 23680। ਵੈਲਿਊ ਕਿੰਨੀ ਦਿੱਤੀ ਹੈ 23680। ਠੀਕ ਹੈ, ਹੁਣ ਇਹ ਜਾਊਗਾ ਅਪਰੋਕਸੀਮੇਟਲੀ, ਜੇ ਆਪਾਂ ਦੇਖੀਏ 740, ਪਹਿਲਾਂ 2 ਦੇ ਟੇਬਲ ਤੇ ਆਪਾਂ ਕੱਟ ਦਿੰਦੇ ਸਿੱਧਾ, ਪਹਿਲਾਂ ਸੌਖਾ ਹੋ ਜਾਊ। 11 दूनी 22, ਠੀਕ ਹੈ, 8 दूनी 16, 4 दूनी 8, 1 0, ਤੇ ਆ ਕਿੰਨਾ ਹੈਗਾ 37। ਠੀਕ ਹੈ, ਤੇ 77 600 740 ਚਾਹੀਦਾ, 400 ਇਹ ਅਪਰੋਕਸੀਮੇਟਲੀ ਜਾਊਗਾ। ਜੇ ਆਪਾਂ ਦੇਖੀਏ 370 700 9 30 ਤੋਂ ਉੱਪਰ ਜਾਊਗਾ। ਚਲੋ ਆਪਾਂ ਕਰਕੇ ਦੇਖਦੇ ਇੱਕ ਵਾਰੀ। 37 ਨੂੰ ਜੇ ਆਪਾਂ 32 ਨਾਲ ਕਰਕੇ ਦੇਖੀਏ ਕਿੰਨਾ ਆ ਗਿਆ, 14 21 9 74 ਠੀਕ ਹੈ, ਤੇ 21
ਤੇ 3 9 10 11 3 4 8 1 ਤਾਂ ਆਪਣੇ ਕੋਲੇ ਹੁਣ ਕਿੰਨੇ ਤੇ ਆ ਗਿਆ, ਸਿੱਧਾ ਪਤਾ ਲੱਗ ਗਿਆ ਆਪਾਂ ਨੂੰ ਕਿੰਨੇ ਤੇ ਜਾ ਰਿਹਾ, 32 ਤੇ ਜਾ ਰਿਹਾ। ਤਾਂ ਕਿੰਨਾ ਆ ਗਿਆ 320, ਕਿੰਨੇ ਤੇ ਗਿਆ 320। ਤਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਉਹੀ ਕੈਲਕੂਲੇਸ਼ਨਸ ਕਰਵਾਉਂਗਾ, ਟਫ ਕੈਲਕੂਲੇਸ਼ਨਸ ਕਰਵਾਉਂਗਾ ਜਿਹੜੀਆਂ ਐਗਜ਼ਾਮ ਦੇ ਵਿੱਚ ਆਉਣਗੀਆਂ। ਹੁਣ ਦੇਖੋ 320 × 25 ਕਰਾਂਗੇ, ਅੱਠ ਹਜ਼ਾਰ ਕੀ ਆ ਗਿਆ, 8000 ਆਪਣੇ ਕੋਲੇ ਆ ਗਿਆ ਸਾਰੀ ਫੀਮੇਲ ਦਾ ਸ਼ੇਅਰ ਆ ਗਿਆ। 8000 ਕੀ ਆ ਗਿਆ, ਸਾਰੀ ਫੀਮੇਲ ਦਾ ਸ਼ੇਅਰ ਆ ਗਿਆ। ਹੁਣ ਆਪਣੇ ਕੋਲੇ ਫੀਮੇਲ ਹੈ ਕਿੰਨੀਆਂ 10, ਫੀਮੇਲ ਕਿੰਨੀ ਹੈ 10, ਡਿਵਾਈਡਡ ਬਾਈ 10 ਕਰ ਦਾਂਗੇ, ਦੈਟ ਮੀਨਸ ਇੱਕ ਫੀਮੇਲ ਦਾ ਸ਼ੇਅਰ ਕਿੰਨਾ ਆ ਗਿਆ ਆਪਣੇ ਕੋਲੇ 800 ਰੁਪਏ ਆ ਗਿਆ। ਕਿੰਨਾ ਆ ਗਿਆ 800 ਰੁਪਏ। ਆਪਸ਼ਨ ਡੀ ਆਪਣੀ ਕਰੈਕਟ ਆਪਸ਼ਨ ਹੈ 800। ਠੀਕ ਹੈ ਜੀ, ਚਲੋ ਆਪਾਂ ਨੈਕਸਟ ਕੁਐਸਚਨ ਦੇ ਉੱਤੇ ਚੱਲਦੇ ਹਾਂ। ਹੁਣ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਜ਼ਿਆਦਾ ਵਾਰ ਮਤਲਬ ਆਲਮੋਸਟ ਹਰ ਐਗਜ਼ਾਮ ਦੇ ਵਿੱਚ ਹੀ ਤੁਹਾਨੂੰ, ਚਾਹੇ ਉਹ ਸੈਂਟਰਲ ਚਾਹੇ ਪੰਜਾਬ ਸਟੇਟ ਦਾ ਐਗਜ਼ਾਮ ਹੈ, ਹਰ ਇੱਕ ਦੇ ਵਿੱਚ ਤੁਹਾਨੂੰ ਆਹ ਕੁਐਸਚਨ ਕਿਸੇ ਨਾ ਕਿਸੇ ਸੈੱਟ ਦੇ ਵਿੱਚ ਕਿਸੇ ਨਾ ਕਿਸੇ ਸ਼ਿਫਟ ਦੇ ਵਿੱਚ ਦੇਖਣ ਨੂੰ ਮਿਲ ਹੀ ਜਾਊ। ਹੁਣ ਕੀ ਹੈ ਇਹਦੇ ਵਿੱਚ, ਬੋਲੇ ਅ ਬੈਗ ਕੰਟੇਨਸ ₹410 ਇਨ ਦਾ ਫਾਰਮ ਆਫ 5 2 ਐਂਡ ₹1 coins। ਹੁਣ ਦੇਖੋ ਆਪਾਂ ਨੂੰ ਕੀ ਦੱਸਿਆ ਵੀ ਆਪਣੇ ਕੋਲੇ 410 ਰੁਪਏ ਹੈ, ਤੇ 410 ਰੁਪਏ ਕਿਹਦੀ ਫਾਰਮ 'ਚ ਹੈ, 5 ਰੁਪਏ ਦੇ ਸਿੱਕੇ ਆਪਣੀ ਜੇਬ 'ਚ 2 ਰੁਪਏ ਦੇ ਤੇ 1 ਰੁਪਏ। ਠੀਕ ਹੈ, ਤੇ ਕਹਿੰਦੇ ਨੰਬਰ ਆਫ ਕੁਆਇਨਸ ਦੀ ਰੇਸ਼ੋ ਆਪਣੇ ਕੋਲੇ ਇੰਨੀ ਹੈ, ਫਾਈਂਡ ਦਾ ਨੰਬਰ ਆਫ 5 ਰੁਪਏ ਵਾਲੇ ਕਿੰਨੇ ਕੁਆਇਨਸ ਆਪਣੇ ਕੋਲੇ, ਇਹ ਕੱਢ ਰਹੇ ਆਪਾਂ। ਹੁਣ ਦੇਖੋ ਆਪਣੇ ਕੋਲੇ ਹੈ ਕਿੰਨਾ 410 ਰੁਪਏ, ਟੋਟਲ 410 ਰੁਪਏ। ਠੀਕ ਹੈ, ਹੁਣ ਦੇਖੋ ਮੰਨ ਲਓ ਮੈਂ ਤੁਹਾਨੂੰ ਕਹਾਂ ਵੀ ਤੁਹਾਡੀ ਜੇਬ 'ਚ ਕਿੰਨਾ ਹੈ, 5 ਰੁਪਏ ਦੇ 10 ਸਿੱਕੇ ਹੈ, 2 ਰੁਪਏ ਦੇ 5 ਸਿੱਕੇ ਹੈ, ਠੀਕ ਹੈ, ਤੇ 1 ਰੁਪਏ ਦੇ 10 ਸਿੱਕੇ। ਮੈਂ ਤੁਹਾਨੂੰ ਕਹਾਂ ਵੀ ਤੁਹਾਡੇ ਕੋਲੇ 5 ਰੁਪਏ ਦੇ 10 ਸਿੱਕੇ ਹੈ, 2 ਰੁਪਏ ਦੇ 5 ਸਿੱਕੇ ਹੈ, ਤੇ 1 ਰੁਪਏ ਦੇ 10 ਸਿੱਕੇ ਹੈ। ਤਾਂ ਆਹ ਜਿਹੜੀ ਹੁੰਦੀ ਹੈ 5 2 1, ਇਹ ਕੀ ਹੁੰਦੀ ਹੈ ਫੇਸ ਵੈਲਿਊ। ਕੀ ਹੁੰਦੀ ਹੈ ਫੇਸ ਵੈਲਿਊ, ਇਹ ਹੁੰਦੇ ਨੰਬਰ ਆਫ ਕੁਆਇਨਸ। ਤਾਂ 5 ਰੁਪਏ ਵਾਲੇ ਤੁਹਾਡੇ ਕੋਲ 10 ਹੈ, ਤਾਂ ਟੋਟਲ ਆਹ ਕਿੰਨੇ ਤੁਹਾਡੇ ਕੋਲ 50 ਰੁਪਏ ਹੈ, ਆਹ 10 ਰੁਪਏ ਹੈ, ਤੇ ਆਹ ਵੀ ਕਿੰਨੇ 10 ਰੁਪਏ। ਦੈਟ ਮੀਨਸ ਟੋਟਲ ਕਿੰਨਾ ਹੈ ਆਪਣੇ 50 10 ਤੇ 10 70 ਰੁਪਏ ਆਪਣੇ ਕੋਲੇ ਟੋਟਲ। ਉਹੀ ਚੀਜ਼ ਆਪਾਂ ਹੁਣ ਇਹਦੇ ਵਿੱਚ ਰੇਸ਼ੋ ਦੇ ਵਿੱਚ ਕਰਕੇ ਦੇਖਾਂਗੇ ਵੀ ਆਪਣੇ ਕੋਲੇ ਕੀ ਹੈ ਫੇਸ ਵੈਲਿਊ ਦੇ ਵਿੱਚ ਜੇ ਆਪਾਂ ਨੰਬਰ ਆਫ ਕੁਆਇਨਸ ਕਰਾਂਗੇ, ਉਹਨੂੰ ਟੋਟਲ ਕਰ ਦਾਂਗੇ, ਤਾਂ ਆਪਣੇ ਕੋਲੇ ਕੀ ਆ ਜਾਊਗਾ, ਕਿੰਨੀ ਆਪਣੇ ਕੋਲੇ ਵੈਲਿਊ। ਹੁਣ ਦੇਖੋ ਆ ਕੀ ਹੈ ਫੇਸ ਵੈਲਿਊ, ਉੱਪਰ ਕੀ ਲਿਖਾਂਗੇ ਫੇਸ ਵੈਲਿਊ ਹੈ, ਕੀ ਹੈ ਫੇਸ ਵੈਲਿਊ। 5 ਰੁਪਏ ਦਾ ਸਿੱਕਾ ਹੈ, 2 ਰੁਪਏ ਦਾ ਸਿੱਕਾ ਹੈ, 1 ਰੁਪਏ ਦਾ ਸਿੱਕਾ ਹੈ, 5 ਰੁਪਏ ਦਾ 2 ਰੁਪਏ ਦਾ 1 ਰੁਪਏ ਦਾ। ਹੁਣ ਨੰਬਰ ਆਫ ਕੁਆਇਨਸ ਕਿੰਨੇ ਹੈ 4 ਰੇਸ਼ੋ 6 ਰੇਸ਼ੋ 9, 5 ਰੁਪਏ ਦੇ ਇੰਨੇ, 2 ਰੁਪਏ ਦੇ ਇੰਨੇ, 6 ਰੁਪਏ ਦੇ ਆਹ ਰੇਸ਼ੋ ਦੇ ਰੱਖੀ ਆਪਾਂ ਨੂੰ ਨੰਬਰ ਆਫ ਕੁਆਇਨਸ ਦੀ। ਹੁਣ ਆਪਾਂ ਜਦੋਂ ਇਹਨੂੰ ਮਲਟੀਪਲਾਈ ਕਰਾਂਗੇ ਤਾਂ 5 × 4 ਕਿੰਨਾ ਹੋ ਗਿਆ 20, 6 × 2 ਕਿੰਨਾ ਹੋ ਗਿਆ 12, ਤੇ 9 × 1 ਕਿੰਨਾ ਹੋ ਗਿਆ 10। ਠੀਕ ਹੈ, 5 × 4 ਕਿੰਨਾ ਹੋ ਗਿਆ 20, 6 × 2 ਕਿੰਨਾ ਹੋ ਗਿਆ 12, 9 × 1 ਮੈਂ ਪਲੱਸ ਕਰਤਾ, 9 × 1 ਕਿੰਨਾ ਹੋ ਗਿਆ 9। ਠੀਕ ਹੈ ਸਟੂਡੈਂਟਸ, ਹੁਣ ਦੇਖੋ ਆਪਣੇ ਕੋਲੇ ਕਿੰਨਾ ਆ ਗਿਆ, ਇਹਨੂੰ ਪਲੱਸ ਕਰਾਂਗੇ 20 ਤੇ 12 ਕਿੰਨਾ 32, 32 ਤੇ 9 ਕਿੰਨਾ ਹੋ ਗਿਆ 41। ਹੁਣ ਦੇਖੋ ਆ ਟੋਟਲ 41 ਕਿੰਨਾ ਹੋ ਗਿਆ ਆਪਣੇ ਕੋਲੇ, ਰੇਸ਼ੋ ਦੇ ਵਿੱਚ ਆਪਣਾ ਕਿੰਨਾ ਹੋ 41। ਤਾਂ ਉਹ 41 ਆਪਣਾ ਕੀ ਹੈ ਬਰਾਬਰ ਦੇ ਰੱਖਿਆ 410 ਦੇ। ਆਪਣੇ ਕੋਲ ਕੀ ਹੈ ਟੋਟਲ ਵੈਲਿਊ ਆਏਗੀ, ਟੋਟਲ ਵੈਲਿਊ ਮਤਲਬ ਟੋਟਲ ਆਪਣੇ ਕੋਲ ਪੈਸੇ ਕਿੰਨੇ ਆ 5 ਰੁਪਏ ਦੇ ਇੰਨੇ ਸੀ, ਇੰਨੇ ਕੁਆਇਨ ਸੀ, ਮਲਟੀਪਲਾਈ ਕਰਕੇ ਆਪਾਂ ਟੋਟਲ ਕੱਢ ਲਈ ਟੋਟਲ ਇੰਨੀ ਵੈਲਿਊ, ਉਹ 41 ਬਰਾਬਰ ਕਿੰਨਾ 410 ਦੇ ਬਰਾਬਰ ਹੈ। ਠੀਕ ਹੈ, ਤਾਂ 1 ਬਰਾਬਰ ਕਿੰਨਾ ਹੋ ਗਿਆ 410 ਬਟਾ 41, ਦੈਟ ਮੀਨਸ 1 ਦੀ ਵੈਲਿਊ 1 ਯੂਨਿਟ ਦੀ ਵੈਲਿਊ ਕਿੰਨੀ ਹੈਗੀ 10। ਆਪਾਂ ਕੱਢਨੇ ਕਿਹੜੇ ਆ, ਕਿਹੜੇ ਕੱਢਨੇ 5 ਰੁਪਏ ਵਾਲੇ ਕੋਇਨ, ਤਾਂ 5 ਰੁਪਏ ਵਾਲੇ ਕੋਇਨ ਕਿੰਨੇ 4, ਤਾਂ ਸਿੰਪਲ ਕੀ ਹੈ 1 ਦੀ ਵੈਲਿਊ 10 ਆ ਗਈ, ਤਾਂ 4 ਦੀ ਵੈਲਿਊ ਕਿੰਨੀ ਹੋਊ, ਜੇ 1 ਬਰਾਬਰ 10 ਹੈ ਤਾਂ 4 ਬਰਾਬਰ ਕਿੰਨਾ ਹੋਊ 10 40, 10 × 4, ਦੈਟ ਮੀਨਸ ਆਪਸ਼ਨ ਏ ਆਪਣੀ ਕਰੈਕਟ ਆਪਸ਼ਨ ਹੈ 40। ਠੀਕ ਹੈ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬੜੇ ਧਿਆਨ ਨਾਲ ਕਰਨੇ ਆ ਆਪਾਂ, ਇਹਦੇ ਜਿੰਨੀਆਂ ਮੋਡੀਫਿਕੇਸ਼ਨਸ ਹੋ ਸਕਦੀਆਂ ਜਿੰਨੇ ਟਾਈਪ ਦੇ ਹੋ ਸਕਦੇ ਸਾਰੇ ਤੁਹਾਨੂੰ ਕਰਕੇ ਦਿਖਾਵਾਂਗੇ। ਹੁਣ ਦੇਖੋ ਨੈਕਸਟ ਕੀ ਹੈ, ਬੋਲੇ ਇੱਕ ਬੈਗ ਦੇ ਵਿੱਚ 390 ਰੁਪਏ ਹੈ, ਕਿੰਨੇ ਹੈ ₹390 in the form of 5 2 1, ਕਿੰਨੇ ਆ 5 2 1, ਆ ਲਿਖ ਲਈ ਫੇਸ ਵੈਲਿਊ। ਫਿਰ ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ, ਕਹਿੰਦੇ ₹5 coins are 3/2 times of the ₹2 coins। ਜਿਹੜੇ 5 ਰੁਪਏ ਵਾਲੇ ਆ 5 ਰੁਪਏ ਵਾਲੇ, ਇਹਨੂੰ ਫੇਸ ਵੈਲਿਊ, ਇਹਨੂੰ ਫੇਸ ਵੈਲਿਊ ਲਿਖੋ, ਕੰਫਿਊਜ਼ ਨਾ ਹੋ ਜੀ, ਫੇਸ ਵੈਲਿਊ ਆ।
ਹੁਣ 5 ਰੁਪਏ ਵਾਲੇ ਨੂੰ ਮੈਂ F ਮੰਨ ਲਿਆ, ठीक है। वो की है 2 रुपए वाले ਜਿਹੜੇ T है, T मतलब 2, ਉਹਦੇ ਕੀ ਹੈ 3/2 ਟਾਈਮਸ ਹੈ। ਜਿਹੜੇ 5 ਰੁਪਏ ਵਾਲੇ ਕੋਇਨ ਹੈ ਉਹ ਟੋਟਲ ਜਿੰਨੇ 2 ਰੁਪਏ ਵਾਲੇ ਕੋਇਨ ਉਹਦਾ 3/2 ਟਾਈਮਸ ਹੈ। ਦੈਟ ਮੀਨਸ 5 ਰੁਪਏ ਵਾਲੇ ਤੇ 2 ਰੁਪਏ ਵਾਲੇ ਕੋਇਨ ਦੀ ਰੇਸ਼ੋ ਕਿੰਨੀ ਆ ਗਈ 3:2 ਆ ਗਈ। ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ, ਕਹਿੰਦੇ ਨੰਬਰ ਆਫ 2 ਰੁਪੀਸ ਕੋਇਨਸ ਆਰ 4 ਟਾਈਮਸ ਦ ਨੰਬਰ ਆਫ 1 ਰੁਪੀ ਕੋਇਨ। ਜਿਹੜੇ 2 ਰੁਪਏ ਵਾਲੇ ਕੋਇਨ ਹੈ ਉਹ 1 ਰੁਪਏ ਵਾਲੇ ਜਿਹੜੇ ਕੋਇਨ ਹੈ ਉਹਦਾ 4 ਟਾਈਮਸ ਹੈ। ਦੈਟ ਮੀਨਸ ਜੇ 1 ਰੁਪਏ ਵਾਲੇ 1 ਹੈ ਤੇ ਇਹ ਕਿੰਨੇ ਹੈ 4। ਇਹੀ ਮਤਲਬ ਹੁੰਦਾ 4 ਟਾਈਮਸ ਦਾ, ਵੀ ਇਹਦੀ ਵੈਲਿਊ ਜੇ 1 ਹੈ ਤੇ ਇਹਦੀ ਵੈਲਿਊ ਕਿੰਨੀ ਹੈ 4। ਹੁਣ ਆਪਣੇ ਕੋਲੇ ਆ ਗਈ ਆਪ ਰੇਸ਼ੋ, ਠੀਕ ਹੈ। ਇੱਥੇ ਵੀ ਟੀ ਹੈ, ਇੱਥੇ ਵੀ ਟੀ ਹੈ, ਤਾਂ 4 ਤੀਆ 12, 4 × 2 8, 2 × 2 2, ਠੀਕ ਹੈ। ਆਪਣੇ ਕੋਲੇ ਆ ਗਈ ਨੰਬਰ ਆਫ ਕੋਇਨਸ ਦੀ, ਕੱਟੋ ਕਿੰਨਾ ਕੱਟਿਆ ਜਾਂਦਾ ਤੇ ਕਿੰਨੇ ਗਈ 6, 4 ਤੇ 1। ਹੁਣ ਆਪਣੇ ਕੋਲੇ 6, 4 ਤੇ 1 ਆ ਗਈ 5 ਰੁਪੀਸ, 2 ਰੁਪੀਸ ਤੇ 1 ਰੁਪੀ ਕੋਇਨ ਦੀ ਰੇਸ਼ੋ। ਇੱਥੇ ਲਿਖ ਦਾਂਗੇ 6, 4 ਤੇ 1, ਠੀਕ ਹੈ। ਇਹ ਆਪਣੇ ਕੋਲੇ ਨੰਬਰ ਆਫ ਕੋਇਨਸ ਦੀ ਰੇਸ਼ੋ ਆ ਗਈ। ਨੰਬਰ ਆਫ ਕੋਇਨਸ ਦੀ ਰੇਸ਼ੋ ਆਪਣੇ ਕੋਲੇ ਆ ਗਈ। ਫੇਸ ਵੈਲਿਊ ਆਪਣੇ ਕੋਲੇ ਗਿਵਨ ਹੈ, ਤਾਂ 6 × 5 ਕਿੰਨਾ ਹੋ ਗਿਆ 30, 4 × 2 ਕਿੰਨਾ 8, 1 × 1 1 ਹੀ ਹੁੰਦਾ, ਠੀਕ ਹੈ। ਤਾਂ ਦੈਟ ਮੀਨਸ ਆਪਣੇ ਕੋਲੇ ਕਿੰਨਾ ਆ ਗਿਆ ਟੋਟਲ 30 + 8 38 + 1 39। ਆ ਕਿੰਨਾ ਆ ਗਿਆ 39। ਹੁਣ ਆ 39 ਦੀ ਵੈਲਿਊ ਆਪਣੇ ਕੋਲੇ ਕਿੰਨੀ ਹੈ, 39 ਦੀ ਵੈਲਿਊ ਆਪਣੇ ਕੋਲੇ ਹੈ 390। 390 ਤਾਂ 1 ਦੀ ਵੈਲਿਊ ਕਿੰਨੀ ਹੋਊਗੀ 390 ਬਟਾ 39 ਕੱਟਿਆ ਗਿਆ, ਤਾਂ 1 ਦੀ ਵੈਲਿਊ ਆਪਣੇ ਕੋਲੇ ਆ ਗਈ 10। 1 ਦੀ ਵੈਲਿਊ 10 ਆ ਗਈ ਤਾਂ ਆਪਾਂ ਕਿਹੜੇ ਕੱਢਦੇ 5 ਰੁਪਏ ਵਾਲੇ, ਤਾਂ 6 ਦੀ ਵੈਲਿਊ ਕਿੰਨੀ ਆ ਗਈ 60। ਦੈਟ ਮੀਨਸ ਆਪਸ਼ਨ ਡੀ ਆਪਣੀ ਕਰੈਕਟ ਆਪਸ਼ਨ ਹੋ ਗਈ 60, ਠੀਕ ਹੈ ਸਟੂਡੈਂਟਸ। ਚਲੋ ਜੀ, ਹੁਣ ਕੀ ਹੈ, बोले a bag contains ₹55 in the form of ₹1 ਪੈਸੇ, ਠੀਕ। ਹੁਣ ਇਹ ਕੁਐਸਚਨ ਬੜੇ ਧਿਆਨ ਨਾਲ ਦੇਖਣਾ ਹੈ। ਆਪਾਂ ਨੂੰ ਹੁਣ ਤੱਕ ਕੀ ਕਹਿ ਰਿਹਾ ਸੀ 5 ਰੁਪਏ, 2 ਰੁਪਏ, 1 ਰੁਪਏ, 5 2 1 5 2 1 ਇਸ ਟਾਈਪ ਦਾ ਦੇ ਰਿਹਾ ਸੀ। ਹੁਣ ਇਹ 'ਚ ਦੇਤਾ ਪੈਸੇ, ਤਾਂ ਪੈਸੇ ਵਾਲਾ ਨਾ ਹੁਣ ਤੁਹਾਨੂੰ ਇੱਕ ਚੀਜ਼ ਥੋੜੀ ਯਾਦ ਹੀ ਰੱਖਣੀ ਪੈਣੀ ਹੈ। ਇਹਦੇ ਵਿੱਚ ਕੀ ਹੈ, ਹੁਣ 50 ਪੈਸੇ ਦਾ ਮਤਲਬ ਕੀ ਹੈ 50 ਡਿਵਾਈਡਡ ਬਾਈ 100। ਜਦੋਂ ਆਪਾਂ ਰੁਪਏ 'ਚ ਕਨਵਰਟ ਕਰਾਂਗੇ ਕੀ ਹੋਊਗਾ 50 ਡਿਵਾਈਡਡ ਬਾਈ 100। ਹੁਣ ਇਹਦੇ 'ਚ ਆਪਾਂ ਨੂੰ ਇੱਕੋ ਫਾਰਮ 'ਚ ਚਾਹੀਦਾ, ਤਾਂ ਸਾਰਿਆਂ ਨੂੰ ਪੈਸੇ 'ਚ ਕਰ ਲਓ ਜਾਂ ਸਾਰਿਆਂ ਨੂੰ ਰੁਪਏ ਦੇ ਵਿੱਚ ਕਰ ਲਓ। ਤਾਂ ਆਪਾਂ ਸਾਰਿਆਂ ਨੂੰ ਰੁਪਏ ਦੇ ਵਿੱਚ ਕਰ ਲੈਂਦੇ ਹਾਂ, ਉਹ ਕੈਲਕੂਲੇਸ਼ਨ ਈਜ਼ੀ ਹੋ ਜਾਊਗੀ। ਤਾਂ ਦੈਟ ਮੀਨਸ 50 ਪੈਸੇ ਦਾ ਮਤਲਬ ਕੀ ਹੁੰਦਾ 1/2 ਰੁਪਏ, ਇਹ ਯਾਦ ਰੱਖਣਾ। 50 ਪੈਸੇ ਦਾ ਮਤਲਬ ਕੀ ਹੁੰਦਾ 1/2 ਰੁਪਏ। 25 ਪੈਸੇ ਦਾ ਮਤਲਬ ਕੀ ਹੁੰਦਾ 1/4 ਰੁਪਏ। 25 ਪੈਸੇ ਦਾ ਮਤਲਬ ਕੀ ਹੁੰਦਾ 1/4 ਰੁਪੀਸ। 20 ਪੈਸੇ ਦਾ ਮਤਲਬ ਕੀ ਹੁੰਦਾ 1/5 ਰੁਪਏ। ਤਾਂ ਇਹ ਧਿਆਨ ਦੇਣਾ ਹੈ, ਜਿੱਥੇ ਮੈਂ 50 ਪੈਸੇ ਕਹਿੰਦਾ ਤੁਹਾਡੇ ਦਿਮਾਗ 'ਚ ਆਪਣੇ ਆਪ ਸਟ੍ਰਾਈਕ ਕਰਨਾ 1/2, 25 ਪੈਸੇ 1/4, 20 ਪੈਸੇ 1/5, ਠੀਕ ਹੈ। ਹੁਣ ਦੇਖੋ ਕੀ ਹੈ, ਆਪਾਂ ਨੂੰ ਦਿੱਤਾ 55 ਰੁਪਏ ਹੈ ਇਨ ਦਾ ਫਾਰਮ ਆਫ। ਹੁਣ ਆਪਾਂ ਫੇਸ ਵੈਲਿਊ ਲਿਖਾਂਗੇ। ਫੇਸ ਵੈਲਿਊ ਕਿੰਨੀ ਹੈ ਆਪਣੇ ਕੋਲੇ 1 1/2 1/4। ਦੈਟ ਮੀਨਸ ਆਪਾਂ ਇੱਥੇ ਸੇਮ ਉਸ 'ਚ ਲਿਖਣੀ ਹੈ, ਤਾਂ 1 ਰੁਪਏ ਦੀ 1, 50 ਪੈਸੇ 1/2, 25 ਪੈਸੇ 1/4। ਹੁਣ ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ, ਰੇਸ਼ੋ ਆਫ ਨੰਬਰ ਆਫ ਕੋਇਨਸ ਕਿੰਨੇ ਹੈ 1:2:3। ਆ ਆਪਾਂ ਨੂੰ ਦੇਤਾ ਕਿੰਨੇ ਆ 1 ਰੁਪਏ ਵਾਲੇ ਇੰਨੇ, 25 ਪੈਸੇ 50 ਪੈਸੇ ਵਾਲੇ ਇੰਨੇ ਤੇ 25 ਪੈਸੇ ਵਾਲੇ ਇੰਨੇ। ਹੁਣ ਦੇਖੋ ਮਲਟੀਪਲਾਈ ਕਰ 1 × 1 ਇਜ਼ 1 ਪਲੱਸ 1/2 ਗੁਣਾ 2 ਪਲੱਸ 1/4 ਗੁਣਾ 3। ਐਂ ਕੀਤਾ ਸੀ ਆਪਾਂ, ਤਾਂ ਕੱਟਿਆ ਗਿਆ, ਤਾਂ 1 + 1 2, ਆ ਕਿੰਨਾ ਹੋ ਗਿਆ 3/4। ਤਾਂ 2 + 3/4, ਤਾਂ 4 × 8 9 10 11 11/4। 11/4 ਆਪਣੇ ਕੋਲੇ ਕੀ ਆ ਗਿਆ ਵੀ ਆਪਣੇ ਕੋਲੇ ਟੋਟਲ ਕਿੰਨੇ ਪੈਸੇ ਹੈ, ਬਟ 11/4 ਬਰਾਬਰ ਕਿਹਦੇ ਦਿੱਤਾ 55 ਦੇ। ਦੈਟ ਮੀਨਸ 11/4 ਦੀ ਵੈਲਿਊ ਕਿੰਨੀ ਹੈ 55। ਤਾਂ 1 ਦੀ ਵੈਲਿਊ ਕਿੰਨੀ ਹੋਊਗੀ 55। ਆ 11/4 ਉਧਰ ਜਾ ਕੇ ਉਲਟਾ ਹੋ ਜਾਊ 4/11। ਦੈਟ ਮੀਨਸ 5 × 4 20 ਆ ਗਈ। 1 ਦੀ ਵੈਲਿਊ ਕਿੰਨੀ ਆ ਗਈ 20 ਆ ਗਈ। ਆਪਾਂ ਨੂੰ ਕੱਢਣ ਨੂੰ ਕੀ ਕਿਹਾ ਨੰਬਰ ਆਫ 1 ਰੁਪਏ ਕੋਇਨ, ਤਾਂ 1 ਦੀ ਵੈਲਿਊ 20 ਹੈ ਤਾਂ ਆ ਵੀ 21 ਹੈ, ਤਾਂ 1 ਦੀ ਵੈਲਿਊ ਕਿੰਨੀ ਹੋਈ 20। ਦੈਟ ਇੱਕ ਸੈਕਿੰਡ ਰੁਕੋ ਯਾਰ, ਆਪਾਂ ਦੁਬਾਰਾ ਕਰਕੇ ਦੇਖਾਂ। 11/4 ਆਪਣੇ ਕੋਲੇ ਕੀ ਆ ਗਿਆ ਟੋਟਲ, ਵੀ ਟੋਟਲ ਆਪਾਂ ਨੂੰ ਕਿੰਨੇ ਪੈਸੇ ਮਿਲੇ, ਤਾਂ ਉਹ ਟੋਟਲ ਆਪਣੇ ਹੈ ਕਿੰਨਾ 55। ਟੋਟਲ ਹੈ ਕਿੰਨਾ 55। ਹੁਣ ਦੇਖੋ 55 4 ਉੱਪਰ
1 ਦੀ ਵੈਲਿਊ ਕਿੰਨੀ ਆਈ 55 इंटू 4 बटा 11 तो 11 5 55 5 इंटू 4 20 आ गया। ठीक है, 1 ਦੀ ਵੈਲਿਊ 20 ਇੱਥੇ ਆ ਆਪਸ਼ਨ ਦੇ ਵਿੱਚ ਥੋੜੀ ਗਲਤੀ ਹੋ ਗਈ, ਇੱਥੇ 2 ਨਹੀਂ ਇੱਥੇ 20 ਹੈ। ਦੈਟ ਮੀਨਸ ਆਪਣੇ ਕੋਲੇ ਜਿਹੜੇ 1 ਰੁਪਏ ਵਾਲੇ ਕੋਇਨ ਆਏ ਉਹ 1 ਦੀ ਵੈਲਿਊ ਕਿੰਨੀ ਆ ਗਈ 20। ਆਪਸ਼ਨ ਡੀ ਆਪਣੀ ਕਰੈਕਟ। ਇਹ ਮਿਸਪ੍ਰਿੰਟ ਹੋ ਗਿਆ ਥੋੜਾ। ਠੀਕ ਹੈ, ਤਾਂ ਦੈਟ ਮੀਨਸ ਕੀ ਹੈ, ਆਪਾਂ ਕੀ ਕੀਤਾ, ਇਹਨੂੰ 1/2 ਲੈ ਲਿਆ 50 ਪੈਸੇ ਨੂੰ, 1/4 ਲੈ ਲਿਆ, ਮਲਟੀਪਲਾਈ ਕਰਤਾ, ਸੇਮ ਉਵੇਂ ਐਡ ਕਰਤਾ, 11/4 ਆ ਗਿਆ। 11/4 ਬਰਾਬਰ ਆਪਾਂ 55 ਰੱਖ ਲਿਆ ਕਿਉਂਕਿ ਆਪਾਂ ਨੂੰ ਗਿਵਨ ਹੈ ਰੇਸ਼ੋ ਦੇ ਵਿੱਚ 11/4 ਹੈ, ਰੀਅਲ ਚ ਕਿੰਨਾ ਆਇਆ 55। ਉਸ ਤੋਂ ਆਪਾਂ 1 ਦੀ ਵੈਲਿਊ ਕੱਢ ਲਈ, 1 ਦੀ ਵੈਲਿਊ ਇੰਨੀ, ਤੇ ਆਪਣੇ ਹੁਣ ਆ ਫੇਸ ਵੈਲਿਊ 1 ਰੁਪਏ ਵਾਲੇ ਕਿੰਨੇ 1 ਤਾਂ 1 ਬਰਾਬਰ ਕਿੰਨਾ ਉਹ 20 ਹੋਊਗਾ। ਦੈਟ ਇਜ਼ ਆਪਸ਼ਨ ਡੀ ਆਪਣੀ ਕਰੈਕਟ ਆਪਸ਼ਨ। ਚਲੋ ਜੀ, ਹੁਣ ਕੀ ਹੈ, ਕਹਿੰਦੇ ਅ ਬੈਗ ਕੰਟੇਨਸ ਰੁਪੀਸ 155। ਇੱਕ ਬੈਗ ਦੇ ਵਿੱਚ 155 ਰੁਪਏ ਪਏ ਹੈ, ਉਹਦੇ ਵਿੱਚ ਕੁਆਇਨਸ ਕਿਹੜੇ ਹੈ 1 ਰੁਪਏ ਵਾਲੇ, 50 ਪੈਸੇ ਵਾਲੇ ਤੇ 25 ਪੈਸੇ ਵਾਲੇ। ਦੈਟ ਮੀਨਸ ਕੀ ਹੈ 1 ਰੁਪਏ ਵਾਲੇ, 50 ਪੈਸੇ ਵਾਲੇ ਤੇ 25 ਪੈਸੇ ਦੇ ਕੁਆਇਨ ਨੂੰ ਮਿਲਾ ਕੇ ਟੋਟਲ ਇੱਕ ਆਪਣੇ ਉਹਦੇ ਵਿੱਚ ਕੀ ਪਏ ਹੈ ਕੁਆਇਨਸ ਪਏ ਹੈ, ਤੇ ਟੋਟਲ ਅਮਾਉਂਟ ਆਪਣੇ ਕੋਲੇ 155 ਰੁਪਏ ਪਈ। ਹੁਣ ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ, ਬੋਲੇ ਨੰਬਰ ਆਫ ਕੁਆਇਨਸ ਆਫ ₹1। 1 ਰੁਪਏ ਵਾਲੇ ਜਿਹੜੇ ਕੁਆਇਨ ਹੈ ਉਹ ਕੀ ਹੈ 2/3 ਟਾਈਮਸ ਆਫ 50 ਪੈਸਾ ਕੁਆਇਨ। ਉਹ ਕੀ ਹੈ 50 ਪੈਸਾ ਵਾਲੇ ਕੁਆਇਨ ਦੇ ਕੀ ਹੈ 2/3 ਟਾਈਮਸ ਹੈ, ਤਾਂ 50 ਪੈਸੇ ਵਾਲੇ ਉਹਦੇ ਕੀ ਹੈ 2/3 ਟਾਈਮਸ। 1 ਰੁਪਏ ਵਾਲੇ ਕੁਆਇਨ 50 ਪੈਸੇ ਵਾਲੇ ਕੁਆਇਨ ਦੇ 2/3 ਟਾਈਮਸ। ਠੀਕ ਹੈ, ਦੈਟ ਮੀਨਸ 1 ਰੁਪਏ ਵਾਲੇ ਤੇ 50 ਪੈਸੇ ਵਾਲੇ ਕੁਆਇਨ ਦੀ ਰੇਸ਼ੋ ਕਿੰਨੀ ਆ ਗਈ 2:3। ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ 50 ਪੈਸੇ, ਹਾਂ ਇਹ ਲਿਖ ਰਿਹਾ। ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜੇ 50 ਪੈਸੇ ਵਾਲੇ ਹੈ, 50 ਪੈਸੇ ਵਾਲੇ ਹੈ ਉਹ ਕੀ ਹੈ ਦੁੱਗਣੇ ਹੈ ਕੀ ਤੋਂ 25 ਪੈਸੇ ਵਾਲੇ ਕੁਆਇਨ ਤੋਂ। ਦੈਟ ਮੀਨਸ ਜਿਹੜੇ 50 ਪੈਸੇ ਵਾਲੇ ਆ 25 ਵਾਲੇ ਤੋਂ। ਹੁਣ 50 ਵਾਲੇ 25 ਵਾਲੇ ਤੋਂ ਕਿੰਨੇ ਹੈ ਦੁੱਗਣੇ ਹੈ। ਦੈਟ ਮੀਨਸ ਜੇ 25 ਵਾਲੇ 1 ਹੈ ਤਾਂ ਇਹ ਕਿੰਨੇ ਹੈ 2। ਤਾਂ ਆਪਣੇ ਕੋਲੇ ਆ ਵੀ ਰੇਸ਼ੋ ਆ ਗਈ। ਹੁਣ ਆਪਣੇ ਕੋਲੇ 1 ਰੁਪਏ ਤੇ 50 ਪੈਸੇ ਵਾਲੀ ਆ ਗਈ, ਇਹ 50 ਪੈਸਾ 25 ਪੈਸੇ। ਧਿਆਨ ਦਿਓ ਕੁਛ ਵੀ ਤੁਸੀਂ ਆਪਦੇ ਅਕੋਰਡਿੰਗ ਸਿੰਬਲ ਜੋ ਲਾਣਾ ਉਹ ਲਾ ਸਕਦੇ। ਇਹ ਕਿੰਨੀ ਹੈ 2 1। ਹੁਣ ਇਸ ਤੋਂ ਆਪਾਂ ਰੇਸ਼ੋ ਕੱਢ ਲਾਂਗੇ, ਉਹੀ ਮੈਥਡ ਲਾ ਕੇ 2 2 4 3 2 6 3 1 3। ਤਾਂ ਆਪਣੇ ਕੋਲੇ 4:6:3 ਕੀ ਆ ਗਈ 4:6:3 ਕੀ ਆਈ ਆਪਣੀ ਟੋਟਲ ਕਿੰਨੇ ਨੰਬਰ ਆਫ ਕੁਆਇਨਸ ਹੈ ਉਹਦੀ ਰੇਸ਼ੋ ਆ ਗਈ। ਹੁਣ ਫੇਸ ਵੈਲਿਊ ਤੁਹਾਨੂੰ ਪਤਾ ਹੈ ਕਿੰਨੀ ਹੈ, ਆ ਆਪਣੇ ਕੋਲੇ ਕਿਹੜੇ ਆਏ 1 ਰੁਪੀ 50 ਪੈਸਾ ਤੇ 25 ਪੈਸਾ, ਉਹਦੀ ਰੇਸ਼ੋ ਆ ਗਈ। ਤਾਂ ਹੁਣ ਆ 1 ਰੁਪਏ ਆ ਫੇਸ ਵੈਲਿਊ 1/2 ਹੈ, ਇਹਦੀ ਫੇਸ ਵੈਲਿਊ 1/4 ਹੈ। ਕਿੰਨੇ ਕਿੰਨੇ ਕੁਆਇਨ ਆ 4 ਹੈ 6 ਹੈ 3 ਹੈ, ਇੰਨੀ ਰੇਸ਼ੋ ਚ ਹੈ। ਮਲਟੀਪਲਾਈ ਕਰਾਂਗੇ 1 ਗੁਣਾ 4 4 ਪਲਸ 1/2 ਗੁਣਾ 6 ਕਿੰਨਾ ਆ ਗਿਆ 3 ਪਲਸ 1/4 ਗੁਣਾ 3। ਓਕੇ, ਹੁਣ ਆਪਣੇ ਕੋਲੇ ਕੀ ਆਇਆ 4 ਪਲਸ 3 ਪਲਸ 3/4, 4 ਪਲਸ 3 ਪਲਸ 3/4, 7 ਪਲਸ 3/4, 7 ਚੌਕਾ 28 ਤੇ 3 31/4 ਆ ਗਿਆ। ਤਾਂ ਆਪਣੇ ਕੋਲੇ ਕੀ ਆਏਗਾ 31/4 ਆਪਣੇ ਕੋਲੇ ਕੀ ਹੈ ਟੋਟਲ ਜਿੰਨੀ ਅਮਾਉਂਟ ਹੈ। ਉਹ ਟੋਟਲ ਹੈ ਕਿੰਨੀ 155। ਤਾਂ 31/4 ਨੂੰ ਆਪਾਂ ਕਿਹਦੇ ਬਰਾਬਰ ਲਿਖ ਲਾਂਗੇ 155 ਦੇ ਬਰਾਬਰ ਲਿਖ ਲਿਆ। ਤਾਂ 1 ਦੀ ਵੈਲਿਊ ਕਿੰਨੀ ਆਈ 155/31 ਇੰਟੂ 4। ਠੀਕ ਹੈ ਜੀ, ਤਾਂ ਕਿੰਨੇ ਦੇਗਾ 5 ਤੇ ਗਿਆ, ਤਾਂ ਕਿੰਨੇ ਆ ਗਈ 20। 1 ਦੀ ਵੈਲਿਊ 20 ਆ ਗਈ। ਆਪਾਂ ਨੂੰ ਕੱਢਣ ਨੂੰ ਕੀ ਹੈ 50 ਪੈਸੇ ਵਾਲੇ ਕੁਆਇਨ, ਤਾਂ 6 ਬਰਾਬਰ ਕਿੰਨਾ, ਤਾਂ 1 ਦੀ ਵੈਲਿਊ 20 ਹੈ, 1 ਬਰਾਬਰ 20 ਹੈ ਤਾਂ 6 ਬਰਾਬਰ ਕਿੰਨਾ ਹੋਊਗਾ 6 ਇੰਟੂ 20। ਦੈਟ ਮੀਨਸ 120 ਕੁਆਇਨ ਆਪਣੇ ਕਿਹੜੇ ਹੈ 50 ਪੈਸੇ ਵਾਲੇ। ਆਪਸ਼ਨ ਬੀ ਆਪਣੀ ਕਰੈਕਟ ਆਪਸ਼ਨ ਹੋਗੀ 120 ਕੁਆਇਨਸ। ਠੀਕ ਹੈ ਜੀ, ਅੱਜ ਦਾ ਲਾਸਟ ਕੁਐਸਚਨ ਕਰਨ ਜਾ ਰਹੇ ਹਾਂ ਆਪਾਂ। ਬਹੁਤ ਇੰਪੋਰਟੈਂਟ ਕੁਐਸਚਨ ਅੱਜ ਆਪਾਂ ਖਤਮ ਕੀਤੇ। ਹੁਣ ਕੀ ਹੈ ਅ ਬੈਗ ਕੰਟੇਨਸ 52 ਨੰਬਰ ਆਫ ਕੁਆਇਨਸ। ਇੱਕ ਬੈਗ ਹੈ ਉਹਦੇ ਵਿੱਚ 52 ਕੁਆਇਨਸ ਪਏ ਆ, ਪਤਾ ਨਹੀਂ ਕਿਹੜੇ ਕਿਹੜੇ ਕਿਵੇਂ। ਠੀਕ ਹੈ, ਤੇ ਕਿਹੜੀ ਵੈਲਿਊ ਹੈ ਫੇਸ ਵੈਲਿਊ 5 ਰੁਪਏ 2 ਰੁਪਏ 1 ਰੁਪਏ, 5 ਰੁਪਏ 2 ਰੁਪਏ 1 ਰੁਪਏ। ਰੇਸ਼ੋ ਆਫ देयर ਵੈਲਿਊਜ਼ ਆਰ ਰਿਸਪੈਕਟਿਵਲੀ ਇੰਨੀ ਇੰਨੀ ਇੰਨੀ। ਉਹਨਾਂ ਦੀ ਵੈਲਿਊਜ਼ ਦੀ ਰੇਸ਼ੋ ਕਿੰਨੀ ਹੈ ਇੰਨੀ ਹੈ। ਬੋਲੇ ਫਾਈਂਡ ਦ ਨੰਬਰ ਆਫ 5 ਰੁਪਏ ਕੁਆਇਨ। ਹੁਣ ਦੇਖੋ ਮੈਂ ਤੁਹਾਨੂੰ ਕਹਿਦਾ ਵੀ ਤੁਹਾਡੀ ਜੇਬ ਦੇ ਵਿੱਚ 30 ਰੁਪਏ ਪਏ ਆ। ਕਿੰਨੇ ਪਏ ਆ 30 ਰੁਪਏ। ਦੈਟ ਮੀਨਸ ਮੈਂ ਵੈਲਿਊ ਦੇਤੀ ਵੀ ਤੁਹਾਡੇ ਕੋਲ ਜੇਬ 'ਚ 30 ਰੁਪਏ ਪਏ ਆ
ਤੇ ਇੱਕ coin, ਸਾਰੇ coin ਤੁਹਾਡੇ ਕੋਲੇ ਕਿੰਨੇ ਕਿੰਨੇ ਦੇ, ਸਾਰੇ 5 ਰੁਪਏ ਦੇ coin। ਠੀਕ ਹੈ, that means ਕੀ ਹੈ ਤੁਹਾਡੇ ਕੋਲੇ, ਮੈਂ ਤੁਹਾਨੂੰ ਕੀ ਕਿਹਾ ਵੀ ਵੈਲਿਊ ਦੇਤੀ ਵੀ ਤੁਹਾਡੀ ਜੇਬ 'ਚ 30 ਰੁਪਏ ਹੈ। ਹੁਣ ਉਹ 30 ਰੁਪਏ ਦੇ ਹੈ ਕਿਹਦੀ ਫਾਰਮ ਦੇ ਵਿੱਚ, ਸਾਰੇ 5 ਦੇ ਸਿੱਕੇ ਹੈ। that means ਟੋਟਲ ਸਿੱਕੇ ਕਿੰਨੇ ਆ ਤੁਹਾਡੇ ਕੋਲੇ 6। that means ਆਪਾਂ ਕੀ ਪਤਾ ਕੀਤਾ ਵੀ ਜੇ ਆਪਣੇ ਕੋਲੇ ਵੈਲਿਊ ਹੈ, ਕੀ ਗਿਵਨ ਹੈ, ਗਿਵਨ ਵੈਲਿਊ ਹੈ ਵੀ ਉਹ ਇੰਨੀ ਵੈਲਿਊ ਦੇ ਵਿੱਚ ਹੈ ਤੇ ਉਹਦੀ ਫੇਸ ਵੈਲਿਊ ਆਪਾਂ ਨੂੰ ਗਿਵਨ ਹੈ, ਤਾਂ ਟੋਟਲ ਜਿਹੜੀ ਵੈਲਿਊ ਉਹਨੂੰ ਫੇਸ ਵੈਲਿਊ ਨਾਲ ਡਿਵਾਈਡ ਕਰ ਦਾਂਗੇ, ਆਪਣੇ ਕੋਲੇ ਕੀ ਆ ਜਾਊ, ਨੰਬਰ ਆਫ coins ਆ ਜਾਣਗੇ। ਤਾਂ ਹੁਣ ਦੇਖੋ ਆਪਣੇ ਕੋਲੇ ਵੈਲਿਊ ਦੀ ਰੇਸ਼ੋ ਕਿੰਨੀ ਦੇ ਰੱਖੀ ਹੈ, 3:2:1 ਹੈ। 3:2:1 ਕੀ ਹੈ ਆਪਣੇ ਕੋਲੇ ਰੇਸ਼ੋ ਵੈਲਿਊਜ਼ ਦੀ, ਵੀ 5 ਰੁਪਏ ਵਾਲੇ ਇੰਨੇ coin ਬਣਦੇ, ਟੋਟਲ ਇੰਨੀ ਅਮਾਉਂਟ ਬਣਾਉਂਦੇ ਆ, 2 ਰੁਪਏ ਵਾਲੇ ਇੰਨੀ ਬਣਾਉਂਦੇ ਆ, 1 ਰੁਪਏ ਵਾਲੇ ਇੰਨੀ ਬਣਾਉਂਦੇ ਆ। ਠੀਕ ਹੈ, ਉਸ ਤੋਂ ਬਾਅਦ ਇੱਥੇ ਆਪਾਂ ਲਿਖਾਂਗੇ ਫੇਸ ਵੈਲਿਊ ਆਪਣੀ ਕਿੰਨੀ ਹੈ, 5 ਹੈ, 2 ਹੈ ਤੇ 1 ਹੈ, 5 2 1। ਠੀਕ ਹੈ, ਹੁਣ ਆਪਾਂ ਵੈਲਿਊ ਨੂੰ ਫੇਸ ਵੈਲਿਊ ਨੂੰ ਡਿਵਾਈਡ ਕਰਾਂਗੇ ਤਾਂ ਕੀ ਆ ਜਾਊ ਆਪਣੇ ਕੋਲੇ, ਨੰਬਰ ਆਫ coins ਕਿਹੜੇ, 5 ਰੁਪਏ ਦੇ, 2 ਰੁਪਏ ਦੇ, 2 ਰੁਪਏ ਦੇ ਤੇ 1 ਰੁਪਏ। ਤਾਂ ਕਿੰਨਾ ਹੋਊ, 3/5। ਆ ਕਿੰਨਾ ਹੋਊ, 2/2। ਆ ਕਿੰਨਾ ਹੋਊ, 1/1। ਆ ਕੱਟਿਆ ਗਿਆ ਤਾਂ ਕਿੰਨੇ ਆ ਗਏ, 3/5 ਰੇਸ਼ੋ 1:1। ਤਾਂ ਹੁਣ ਦੇਖੋ ਇਹ ਫ੍ਰੈਕਸ਼ਨ 'ਚ ਹੈ, ਉਹ ਸਿੰਪਲ ਹੈ, ਫ੍ਰੈਕਸ਼ਨ ਟੂ ਸਿੰਪਲ ਰੇਸ਼ੋ। ਕੀ ਕਰਨਾ, ਐਲਸੀਐਮ ਨਾਲ ਮਲਟੀਪਲਾਈ ਕਰਨਾ, ਐਲਸੀਐਮ ਹੁਣ ਇਹਦੇ ਵਿੱਚ ਕੀ ਹੈ, 5 ਹੀ ਆਊਗਾ, ਇੰਟੂ 5 ਕਰਤਾ, ਆ 5 ਨਾਲ 5 ਕੱਟਿਆ ਗਿਆ, 3:5 ਆਪਣੇ ਕੋਲੇ ਆ ਗਈ। ਹੁਣ ਇਹ 3:5 ਕੀ ਆਈ ਆਪਣੀ ਟੋਟਲ, ਵੀ ਆਹ ਕਿੰਨੇ coin ਹੈ, 5 ਰੁਪਏ ਵਾਲੇ, 2 ਰੁਪਏ ਵਾਲੇ ਤੇ 1 ਰੁਪਏ। ਹੁਣ ਆਪਾਂ ਨੂੰ ਕੱਢਣ ਨੂੰ ਕਿਹਾ ਵੀ 5 ਰੁਪਏ ਵਾਲੇ ਕਿੰਨੇ coin ਹੈ, ਤਾਂ 5 ਰੁਪਏ ਵਾਲੇ ਆਹੀ ਹੈ ਪਹਿਲੇ, ਤਾਂ ਪਹਿਲੇ ਕਿੰਨਾ 3, ਤਾਂ 5 ਰੁਪਏ ਵਾਲੇ coin ਕਿੰਨੇ ਆ, 3। ਟੋਟਲ ਹੈ ਕਿੰਨੇ, 5 5 10 ਤੇ 3 13। ਟੋਟਲ 13 ਦੇ ਵਿੱਚੋਂ 3 ਕਿਹੜੇ ਹੈ ਆਪਣੇ 5 ਰੁਪਏ ਵਾਲੇ, ਤੇ ਆ ਦਿੱਤਾ ਕਿੰਨਾ ਹੋਇਆ, 52। ਟੋਟਲ ਕਿੰਨੇ, 52। ਤਾਂ ਕੱਟਿਆ ਗਿਆ 4 ਤੇ, ਤਾਂ ਕਿੰਨਾ ਆ ਗਿਆ, 12 ਆਪਣੇ ਕੋਲੇ ਕੀ ਹੈ coins 5 ਰੁਪਏ ਦੀ ਵੈਲਿਊ ਦੇ। ਠੀਕ ਹੈ ਸਟੂਡੈਂਟਸ, ਅੱਜ ਦੇ ਕੁਐਸਚਨ ਥੋੜੇ ਤੁਹਾਨੂੰ ਸ਼ਾਇਦ ਲੈਂਥੀ ਲੱਗੇ ਹੋਣ, ਬਟ ਇਹ ਲੈਂਥੀ ਜਿਵੇਂ ਪ੍ਰੈਕਟਿਸ ਕਰੋਗੇ, ਤੁਹਾਨੂੰ ਮੈਂ ਕਰਾਉਣ ਲਈ ਥੋੜਾ ਸਲੋ ਕਰਵਾ ਰਿਹਾ। ਠੀਕ ਹੈ, ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਦੇਖਿਓ ਤੁਹਾਡੀ ਸਪੀਡ ਆਟੋਮੈਟਿਕਲੀ ਇੰਕਰੀਜ਼ ਕਰਦੀ ਜਾਊਗੀ। ਐਂਡ ਇਹ ਕੁਐਸਚਨਸ ਬਹੁਤ ਇੰਪੋਰਟੈਂਟ ਸੀ ਅੱਜ ਦੇ, ਸੋ ਪਲੀਜ਼ ਬੜੇ ਧਿਆਨ ਨਾਲ ਪ੍ਰੈਕਟਿਸ ਕਰਨੀ ਹੈ। ਅਕਸਰ ਹੀ ਇਹ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਤੁਹਾਨੂੰ coins ਵਾਲੇ ਤਾਂ ਹਰ ਇੱਕ ਐਗਜ਼ਾਮ ਦੇ ਵਿੱਚ ਆਲਮੋਸਟ ਦੇਖਣ ਨੂੰ ਮਿਲ ਜਾਂਦੇ ਆ, ਤੇ ਜਿੰਨੀਆਂ ਉਹਦੀਆਂ ਟਾਈਪਸ ਹੋ ਸਕਦੀਆਂ ਸੀ ਸਾਰੀਆਂ ਟਾਈਪਸ, ਕਿੰਨੀ ਮੋਡੀਫਿਕੇਸ਼ਨ ਹੋ ਸਕਦੀਆਂ ਸੀ ਸਾਰੀਆਂ ਮੋਡੀਫਿਕੇਸ਼ਨਸ ਤੁਹਾਨੂੰ ਕਰਕੇ ਦਿਖਾਈਆਂ, ਅੱਜ ਕਲਾਸ ਦੇ ਵਿੱਚ ਹੀ ਸੋਲਵ ਕਰਵਾਈਆਂ। ਸੋ ਪਲੀਜ਼ ਜੇ ਕੋਈ ਡਾਊਟ ਰਹਿੰਦਾ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ। ਥੈਂਕ ਯੂ ਸੋ ਮਚ।